ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 11 ਤੇ ਅੱਧ ਟੱਪ ਕੇ 4 ਨੰਬਰ ਲਿਖਿਆ ਹੋਇਆ। ਅੰਗ ਨੰਬਰ 11 ਅੱਧ ਟੱਪ ਕੇ 4 ਨੰਬਰ ਲਿਖਿਆ ਹੋਇਆ। ਉਸ ਤੋਂ ਅੱਗੇ ਕਥਾ ਸ਼ੁਰੂ ਹੋਣੀ ਹੈ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ। ਇਹ ਸ੍ਰਿਸ਼ਟ ਪੜ੍ਹਨਾ, ਦੂਜੇ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਸਪੈਲਿੰਗ ਹਿੰਦੀ ਵਾਲੇ ਨੇ, ਹਿੰਦੀ ਜਿਸ ਨੂੰ ਬੋਲਦੇ ਨੇ ਸ੍ਰਿਸ਼ਟੀ, ਹਿੰਦੀ ਜਿਸ ਨੂੰ ਬੋਲਦੇ ਨੇ ਸ੍ਰਿਸ਼ਟੀ, ਪਰ ਗੁਰਬਾਣੀ ਦੇ ਨਿਯਮਾਂ ਅਨੁਸਾਰ ਫਿਰ ਅਖੀਰਲੀ ਸਿਹਾਰੀ ਨਹੀਂ ਬੋਲਦੀ, ਇਸ ਲਈ ਸ੍ਰਿਸ਼ਟ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਤੂੰ ਆਦਿ ਪੁਰਖ, ਆਦਿ ਪੁਰਖ ਸਭ ਤੋਂ ਪਹਿਲਾਂ। ਪਰਮਾਤਮਾ ਤੋਂ ਪਹਿਲਾਂ ਕੁਝ ਨਹੀਂ ਸੀ, ਇਸ ਲਈ ਉਹ ਆਦਿ ਪੁਰਖ ਹੈ। ਅਪਰੰਪਰ ਹੁੰਦਾ ਜਿਹੜਾ ਪਰੇ ਤੋਂ ਪਰੇ ਹੋਵੇ, ਜਿਹਦਾ ਕੋਈ ਹੱਦ ਬਣਾ ਨਾ ਹੋਵੇ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਹੇ ਪਰਮਾਤਮਾ, ਤੂੰ ਆਦਿ ਪੁਰਖ ਹੈ, ਤੂੰ ਪਰੇ ਤੋਂ ਪਰੇ ਹੈ, ਤੂੰ ਕਰਤਾ ਹੈ, ਸਾਰਿਆਂ ਨੂੰ ਰਚਣ ਵਾਲਾ ਹੈ, ਬਣਾਉਣ ਵਾਲਾ ਹੈ। ਤੁਧ ਜੇਵੜ ਅਵਰ ਨਾ ਕੋਈ, ਤੇਰੇ ਜਿੱਡਾ ਹੋਰ ਕੋਈ ਨਹੀਂ ਹੈ। ਪਰਮਾਤਮਾ ਜਿੱਡਾ ਹੋਰ ਕੋਈ ਵੀ ਨਹੀਂ। ਹੇ ਪਰਮਾਤਮਾ, ਤੂੰ ਆਦਿ ਪੁਰਖ ਹੈ, ਸਭ ਤੋਂ ਪਹਿਲਾ ਪੁਰਖ ਹੈ ਤੂੰ। ਅਪਰੰਪਰ, ਤੂੰ ਪਰੇ ਤੋਂ ਪਰੇ ਹੈ, ਭਾਵ ਤੂੰ ਬੇਅੰਤ ਹੈ। ਤੂੰ ਕਰਤਾ ਹੈ, ਸ੍ਰਿਸ਼ਟੀ ਦਾ ਰਚਨਹਾਰ ਹੈ। ਤੁਧ ਜੇਵੜ ਅਵਰ ਨਾ ਕੋਈ, ਤੇਰੇ ਜਿੱਡਾ ਹੋਰ ਕੋਈ ਹੈ ਹੀ ਨਹੀਂ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ। ਹੇ ਪਰਮਾਤਮਾ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਹਰ ਯੁੱਗ ਦੇ ਵਿੱਚ ਤੂੰ ਹੀ ਹੈ। ਇੱਕੋ ਇੱਕ ਤੂੰ ਹੈ ਜਿਹੜਾ ਹਰ ਯੁੱਗ ਦੇ ਵਿੱਚ ਰਹਿਣ ਵਾਲਾ। ਬਾਕੀ ਦੇ ਸੰਸਾਰ 'ਤੇ ਆਏ, ਸਮਾਂ ਪਾ ਕੇ ਚਲੇ ਗਏ। ਹਰ ਯੁੱਗ ਦੇ ਵਿੱਚ ਜੇ ਇੱਕੋ ਇੱਕ ਹੈ ਤੇ ਹੇ ਪਰਮਾਤਮਾ ਤੂੰ ਹੈ। ਤੂੰ ਨਿਹਚਲ ਕਰਤਾ ਸੋਈ। ਨਿਹਚਲ ਦਾ ਅਚਲ, ਜੋ ਚਲਾਏ ਮਾਨ ਨਾ ਹੋਵੇ, ਜੋ ਅਟਲ ਹੋਵੇ, ਜੋ ਅਹਿਲ ਹੋਵੇ। ਤੂੰ ਨਿਹਚਲ ਕਰਤਾ ਸੋਈ। ਹੇ ਪਰਮਾਤਮਾ, ਤੂੰ ਕਰਤਾ ਹੈ ਅਤੇ ਤੂੰ ਸਦਾ ਰਹਿਣ ਵਾਲਾ ਹੈ, ਹਰ ਯੁੱਗ ਦੇ ਵਿੱਚ ਹੈ। ਤੁਧੇ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ। ਤੁਧੇ ਆਪੇ ਭਾਵੈ, ਜੋ ਤੈਨੂੰ ਚੰਗਾ ਲੱਗਦਾ ਹੈ, ਸੋਈ ਵਰਤੈ ਜੀ। ਉਹੀ ਹੁੰਦਾ, ਉਹੀ ਹੁੰਦਾ। ਹੁਣ ਕਿਸਾਨਾਂ ਦਾ ਅਤੇ ਸਰਕਾਰ ਦਾ ਚੱਲ ਰਿਹਾ। ਹੋਣਾ ਤਾਂ ਉਹੀ ਹੈ ਜੋ ਪਰਮਾਤਮਾ ਨੇ ਕਰਨਾ। ਜ਼ੋਰ ਆਪਣਾ ਦੋਨੋਂ ਲਾ ਰਹੇ ਨੇ। ਦੇਖੋ ਪਰਮਾਤਮਾ ਕੀ ਕਰਦਾ। ਤੁਧੇ ਆਪੇ ਭਾਵੈ ਸੋਈ ਵਰਤੈ ਜੀ। ਜੋ ਤੈਨੂੰ ਚੰਗਾ ਲੱਗਦਾ ਉਹੀ ਹੁੰਦਾ। ਤੂੰ ਆਪੇ ਕਰੈ ਸੋ ਹੋਈ। ਤੂੰ ਆਪ ਜੋ ਕਰਦਾ ਹੈ ਉਹੀ ਹੁੰਦਾ ਹੈ।
ਹੁੰਦਾ ਤਾਂ ਉਹੀ ਹੈ ਜੋ ਪਰਮਾਤਮਾ ਕਰਦਾ, ਕਿਉਂਕਿ ਜੋ ਕੁਛ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ ਹੈ। ਇਸ ਲਈ ਤੂੰ ਉਹ ਜੋ ਕਰਦਾ ਉਹੀ ਹੁੰਦਾ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਸ੍ਰਿਸ਼ਟ ਦੂਜੇ ਸੱਸੇ 'ਚ ਪੈਰ ਬਿੰਦੀ ਲਾਣੀ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਉਪਾਈ ਮੈਨੇ ਪੈਦਾ ਕੀਤੀ। ਤੂੰ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਸ੍ਰਿਸ਼ਟੀ ਇਸਤਰੀ ਲਿੰਗ ਹੈ, ਇਸ ਲਈ ਅੱਗੇ ਸਭ ਉਹ ਵੀ ਇਸਤਰੀ ਲਿੰਗ ਹੈ। ਜੇ ਸੱਸਾ ਭੱਬੇ ਨੂੰ ਔਂਕੜ ਹੁੰਦਾ ਤਾਂ ਫਿਰ ਸਭ ਜਿਹੜਾ ਸੀ ਪੁਲਿੰਗ ਹੋ ਜਾਣਾ ਸੀ। ਹੁਣ ਕਿਉਂਕਿ ਸ੍ਰਿਸ਼ਟੀ ਹੈ ਇਸ ਲਈ ਅੱਗੇ ਵੀ ਉਹਦੇ ਨਾਲ ਸਭ ਹੈ, ਇਸਤਰੀ ਲਿੰਗ ਹੈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੂੰ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਤੁਧ ਆਪੇ ਸਿਰਜ ਸਭ ਗੋਈ। ਅਤੇ ਤੂੰ ਆਪ ਹੀ ਸਿਰਜਣਾ ਕਰਕੇ ਫਿਰ ਉਸ ਨੂੰ ਨਾਸ ਕਰਨ ਵਾਲਾ, ਗੋਈ ਮੈਨ ਨਾਸ ਕਰਨਾ। ਤੂੰ ਆਪ ਹੀ ਸ੍ਰਿਸ਼ਟੀ ਬਣਾਉਂਦਾ ਹੈ, ਆਪ ਹੀ ਉਸ ਨੂੰ ਨਾਸ ਕਰਦਾ ਹੈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ। ਉਹ ਪਰਮਾਤਮਾ ਜਿਹੜਾ ਹਰ ਇੱਕ ਨੂੰ ਜਾਣਦਾ ਹੈ। ਜਿਵੇਂ ਤੁਹਾਡੇ ਬੱਚੇ ਨੇ, ਤੁਸੀਂ ਉਸਨੂੰ ਜਾਣਦੇ ਹੋ ਕਿ ਤੁਸੀਂ ਪੈਦਾ ਕੀਤੇ ਨੇ। ਪਰਮਾਤਮਾ ਨੇ ਸਾਨੂੰ ਪੈਦਾ ਕੀਤੇ, ਇਸ ਲਈ ਪਰਮਾਤਮਾ ਸਾਨੂੰ ਸਾਰਿਆਂ ਨੂੰ ਜਾਣਦਾ ਹੈ। ਪਰਮਾਤਮਾ ਸਾਨੂੰ ਸਾਰਿਆਂ ਨੂੰ ਜਾਣਦਾ ਹੈ ਕਿਉਂਕਿ ਉਸ ਨੇ ਸਾਨੂੰ ਬਣਾਇਆ ਹੈ। ਜਿਹੜਾ ਕੋਈ ਚੀਜ਼ ਬਣਾਉਂਦਾ ਹੈ ਉਹ ਉਸ ਨੂੰ ਜਾਣਦਾ ਹੈ ਜਿਸ ਨੂੰ ਬਣਾਇਆ ਹੈ ਉਸਨੇ। ਇਸ ਲਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ। ਕਿ ਦਾਸ ਨਾਨਕ ਪਰਮਾਤਮਾ ਦੇ ਗੁਣ ਗਾਉਂਦਾ ਹੈ। ਜੋ ਸਭ ਸਹਿ ਕਾ ਜਾਣ ਹੋਈ। ਜੋ ਹਰ ਇੱਕ ਨੂੰ ਜਾਣਦਾ ਹੈ, ਜੋ ਸਭ ਦਾ ਜਾਣੂ ਹੈ, ਉਸ ਪਰਮਾਤਮਾ ਦੇ ਮੈਂ ਗੁਣ ਗਾਉਂਦਾ ਹਾਂ। ਆਸਾ ਮਹਿਲਾ ਚੌਥਾ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਇਹ ਜਿਹੜਾ ਹੈ ਬਹਾਵਲਪੁਰ ਦੀ ਬੋਲੀ ਹੈ, ਮਹਿੰਡਾ ਤੈਂਡਾ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਜੋ ਤਉ ਭਾਵੈ ਸੋਈ ਥੀਸੀ। ਜੋ ਤੂੰ ਦੇਂ। ਜਦੋਂ ਤੂੰ ਆ ਜੇ, ਮੈਂ ਆ ਜੇ, ਹੋਂ ਆ ਜੇ, ਤਾਂ ਅੱਗੇ ਜਿਹੜੀ ਕਿਰਿਆ ਆ ਰਹੀ ਹੁੰਦੀ ਹੈ ਉਹ ਨਕਰੇ ਹੀ ਬੋਲੀ ਜਾਂਦੀ ਹੈ। ਜਿਵੇਂ ਤੂੰ ਜਾਂਦਾ ਹੈ, ਹੈ ਆ ਗਏ। ਤੂੰ ਜਾਂਦਾ ਹੈ ਨਹੀਂ ਹੋ ਸਕਦਾ, ਤੂੰ ਜਾਂਦਾ ਹੈ। ਇਸੇ ਤਰ੍ਹਾਂ ਹੀ ਜੋ ਤੂੰ ਦੇਂ। ਜੋ ਤੂੰ ਦਿੰਦਾ ਹੈ, ਸੋਈ ਹੋਂ ਪਾਈ। ਹੋਂ ਆ ਗਿਆ, ਮੈਂ ਆ ਜੇ, ਤੂੰ ਆ ਜੇ, ਅੱਗੇ ਜਿਹੜੀ ਕਿਰਿਆ ਉਹ ਨਕਰੇ ਹੀ ਬੋਲਣੀ। ਪਾਈ ਦੀ ਥਾਂ ਹੋ ਗਿਆ ਪਾਈ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ। ਜਿਸ ਨੂੰ ਕਿਰਪਾ ਕਰੈਂ। ਜੇ ਤਾਂ ਕੱਕੇ ਨੂੰ ਸਾਰੀ ਰਾਰਾ ਪੂਰਾ ਹੋਵੇ ਅਤੇ ਪੱਪੇ ਨੂੰ ਕਰਨਾ ਵੇ ਕਿਰਪਾ, ਫਿਰ ਹੁੰਦਾ ਪੰਜਾਬੀ ਦਾ ਸ਼ਬਦ। ਜੇ ਕੱਕੇ ਦੇ ਪੈਰ 'ਚ ਰਾਰਾ ਹੈ ਫਿਰ ਇੱਕ ਹਿੰਦੀ ਦਾ ਸ਼ਬਦ, ਅਤੇ ਹਿੰਦੀ ਦੇ ਵਿੱਚ ਇਹਦਾ ਉਚਾਰਨ ਹੈ ਕਿਰਪਾ। ਕਿਰਪਾ ਨਹੀਂ ਹੈ, ਕਿਰਪਾ ਪੰਜਾਬੀ ਦਾ ਸ਼ਬਦ ਹੈ, ਕਿਰਪਾ ਹਿੰਦੀ ਦਾ ਸ਼ਬਦ ਹੈ। ਨਿਸ਼ਾਨੀ ਕੀ ਹੈ ਕਿ ਪੰਜਾਬੀ ਦਾ ਪੂਰਾ ਰਾਰਾ ਹੈ, ਇੱਥੇ ਪੈਰ 'ਚ ਰਾਰਾ ਹੈ। ਜਦੋਂ ਪੈਰ 'ਚ ਰਾਰਾ ਹੋਵੇ ਫਿਰ ਉਸਨੂੰ ਤੇਜ਼ੀ ਨਾਲ ਬੋਲਿਆ ਜਾਂਦਾ ਹੈ। ਅਤੇ ਨਾਲੇ ਜਿਹੜੇ ਕੱਕੇ ਦੀ ਸਿਹਾਰੀ ਹੈ ਉਹ ਕੱਕੇ ਨੂੰ ਨਹੀਂ ਬੋਲੀ ਜਾਂਦੀ, ਜਿਹੜਾ ਪੈਰ 'ਚ ਅੱਖਰ ਲੱਗਾ ਉਸ ਨਾਲ ਬੋਲੀ ਜਾਂਦੀ ਹੈ। ਜੇ ਤੁਸੀਂ ਇਹਨੂੰ ਕਿਰਪਾ ਪੜ੍ਹੋਗੇ ਤਾਂ ਮੈਂ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ, ਇਹ ਤਾਂ ਮੈਂ ਤੁਹਾਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਅਗਰ ਆਪ ਜੀ ਇਸ ਨੂੰ ਕਿਰਪਾ ਪੜ੍ਹਦੇ ਹੋਏ ਤਾਂ ਮੈਂ ਤੁਹਾਡੇ 'ਤੇ ਨਿਯਮ ਹੀ ਕੋਈ ਨਹੀਂ ਆਉਂਦਾ। ਕੱਕੇ ਦੇ ਪੈਰ 'ਚ ਰਾਰਾ ਲੱਗਾ ਹੋਇਆ, ਜਿਹੜੀ ਸਿਹਾਰੀ ਲੱਗੀ ਹੋਈ ਹੈ ਇਹ ਤਾਂ ਰਾਰੇ ਦੇ ਨਾਲ ਬੋਲੇਗੀ। ਜਿਵੇਂ ਲਿਖਣ ਦਾ ਪ੍ਰੇਮ, ਪੱਪੇ ਦੇ ਪੈਰ 'ਚ ਰਾਰਾ, ਉੱਤੇ ਲਾਂ ਮੰਮਾ, ਉਹਨੂੰ ਆਪਾਂ ਪੇਰਮ ਨਹੀਂ ਪੜ੍ਹ ਸਕਦੇ। ਪੱਪੇ ਦੇ ਪੈਰ 'ਚ ਰਾਰਾ ਹੈ, ਉੱਤੇ ਲਾਂ ਲੱਗੀ ਪੱਪੇ ਦੇ ਮੰਮਾ,
ਇੱਕ ਬੱਚੇ ਨੂੰ ਪੜ੍ਹਦਾ ਪੇਰਮ, ਟੀਚਰ ਕਹਿੰਦਾ ਨਹੀਂ ਕਾਕਾ ਪੇਰਮ ਨਹੀਂ ਹੁੰਦਾ, ਪ੍ਰੇਮ ਹੁੰਦਾ। ਉਹ ਕਹਿੰਦਾ ਨਹੀਂ ਜੀ ਜਿਹੜੀ ਲਾਂ ਹੈ ਉਹ ਤਾਂ ਪੱਪੇ 'ਤੇ ਲੱਗੀ ਹੋਈ ਹੈ। ਫਿਰ ਉਹਨੂੰ ਸਮਝਾਉਂਦਾ ਉਹ ਟੀਚਰ ਕਿ ਜਿਹੜੇ ਉੱਪਰ ਲਾਂ ਲੱਗੀ ਹੋਈ ਹੈ ਜਾਂ ਕੋਈ ਸਿਆਰੀ ਲੱਗੀ ਹੋਈ ਹੋਵੇ, ਉਹ ਜਿਹੜਾ ਪੈਰ 'ਚ ਅੱਖਰ ਲੱਗਾ ਉਹਦੇ ਨਾਲ ਬੋਲਦੀ ਹੈ। ਜਦੋਂ ਇਹ ਗਿਆਨ ਹੋ ਗਿਆ ਵਿਆਕਰਨ ਦਾ, ਫਿਰ ਇਸ ਨੂੰ ਕੋਈ ਪਾਠੀ ਕਿਰਪਾ ਨਹੀਂ ਪੜ੍ਹੇਗਾ, ਫਿਰ ਪੜ੍ਹੇਗਾ ਕਿਰਪਾ, ਕਿਉਂਕਿ ਕੱਕੇ ਨੂੰ ਜਿਹੜੀ ਸਿਆਰੀ ਹੈ ਉਹ ਕੱਕੇ ਨਾਲ ਨਹੀਂ ਬੋਲੇਗੀ, ਉਹ ਰਾਰੇ ਨਾਲ ਬੋਲੇਗੀ। ਅਤੇ ਜਦੋਂ ਰਾਰੇ ਨਾਲ ਬੋਲੀ ਜਾਏਗੀ ਤਾਂ ਕੱਕਾ ਰਾਰੇ ਨੂੰ ਸਿਹਾਰੀ, ਪੱਪੇ ਨੂੰ ਕਰਨਾ, ਕੀ ਬਣ ਗਿਆ ਕਿਰਪਾ। ਫਿਰ ਉਹਨੂੰ ਕਿਰਪਾ ਨਹੀਂ ਪੜ੍ਹਦੇ। ਅਤੇ ਜੇ ਕੋਈ ਕਿਰਪਾ ਇਸ ਨੂੰ ਪੜ੍ਹਦਾ, ਇਹਦਾ ਮਤਲਬ ਹੈ ਉਹਨੂੰ ਪੰਜਾਬੀ ਹੀ ਨਹੀਂ ਆਉਂਦੀ, ਹਿੰਦੀ ਦਾ ਗੱਲ ਹੀ ਛੱਡੋ, ਉਹ ਤਾਂ ਹਿੰਦੀ ਤਾਂ ਗੱਲ ਹੀ ਦੂਰ ਦੀ ਹੈ। ਸੋ ਪੜ੍ਹਨ ਵੇਲੇ ਬੜਾ ਧਿਆਨ ਰੱਖਣਾ ਹੁੰਦਾ, ਐਵੇਂ ਨਹੀਂ ਜੋ ਮਰਜ਼ੀ ਪੜ੍ਹ ਦਿਓ ਜੀ। ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਚੌਥੇ ਪਾਤਸ਼ਾਹ ਕਹਿੰਦੇ ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਹੈ ਪ੍ਰਮਾਤਮਾ ਤੂੰ ਕਰਤਾ ਹੈ, ਤੂੰ ਹਰ ਇੱਕ ਨੂੰ ਬਣਾਉਣ ਵਾਲਾ ਹੈ। ਸਚਿਆਰ ਤੂੰ ਸਦਾ ਰਹਿਣ ਵਾਲਾ ਹੈ। ਮਹਿੰਡਾ ਮੇਰਾ ਸਾਈਂ ਮਾਲਕ, ਤੂੰ ਮੇਰਾ ਮਾਲਕ ਹੈ। ਤੂੰ ਸਦਾ ਰਹਿਣ ਵਾਲਾ ਹੈ, ਤੂੰ ਕਰਤਾ ਹੈ। ਜੋ ਤਉ ਭਾਵੈ, ਤਉ ਮੈਨੇ ਤੈਨੂੰ, ਜੋ ਤਉ ਭਾਵੈ ਸੋਈ ਥੀਸੀ, ਥੀਸੀ ਇਹਦਾ ਹੁੰਦਾ ਹੈ ਜੋ ਤੈਨੂੰ ਚੰਗਾ ਲੱਗਦਾ ਉਹੀ ਹੁੰਦਾ। ਇਹ ਨਹੀਂ ਕਿ ਜੋ ਸਾਨੂੰ ਚੰਗਾ ਲੱਗਦਾ ਉਹ ਹੋਊਗਾ, ਕਿਉਂ ਨਹੀਂ ਹੁੰਦਾ। ਸਾਨੂੰ ਕੁਛ ਹੋਰ ਚੰਗਾ ਲੱਗਦਾ, ਪਰਮਾਤਮਾ ਨੂੰ ਕੁਛ ਹੋਰ ਚੰਗਾ ਲੱਗਦਾ ਹੈ। ਉਹਨੂੰ ਜੋ ਚੰਗਾ ਲੱਗਦਾ ਉਹਨੇ ਉਹ ਕਰਨਾ, ਸਾਡੇ ਅਨੁਸਾਰ ਉਸਨੇ ਨਹੀਂ ਚੱਲਣਾ। ਪਰਮਾਤਮਾ ਨੇ ਸਾਡੇ ਅਨੁਸਾਰ ਨਹੀਂ ਚੱਲਣਾ। ਜੇ ਕਿਤੇ ਸਾਡੇ ਅਨੁਸਾਰ ਉਹ ਚੱਲਣ ਲੱਗ ਜਾਏ, ਅੱਜ ਇੱਕ ਵੀ ਲੜਕੀ ਪੰਜਾਬ 'ਚ ਨਾ ਹੁੰਦੀ, ਬਾਕੀ ਸਟੇਟਾਂ ਦੀ ਗੱਲ ਇੱਕ ਵੀ ਨਾ ਹੁੰਦੀ। ਕਿਉਂ? ਕਿਸੇ ਲੜਕੀ ਮੰਗਣੀ ਨਹੀਂ ਸੀ। ਹਰ ਪਰਿਵਾਰ ਚਾਹੁੰਦਾ ਸਾਡੇ ਘਰ ਨੂੰਹ ਹੋਵੇ, ਪਰ ਕੋਈ ਪਰਿਵਾਰ ਨਹੀਂ ਚਾਹੁੰਦਾ ਸਾਡੇ ਘਰ ਧੀ ਹੋਵੇ। ਦੇਖੋ ਕਿਆ ਅਸੀਂ ਮੂਰਖ ਹਾਂ। ਅਸੀਂ ਨੂੰਹ ਤਾਂ ਚਾਹੁੰਦੇ ਹਾਂ, ਧੀ ਨਹੀਂ ਚਾਹੁੰਦੇ। ਵੀ ਧੀ ਤਾਂ ਮੇਰਾ ਨੂੰਹ ਕਿਵੇਂ ਹੋਵੇਗੀ ਬਈ? ਉਹ ਕਿਵੇਂ ਹੋਵੇਗੀ? ਜਿੰਨੇ ਤੁਸੀਂ ਬੈਠੇ ਹੋ, ਜਿੰਨੇ ਸੁਣ ਰਹੇ ਹੋ, ਇਹਨਾਂ 'ਚ 99% ਨੂੰਹ ਚਾਹੁੰਦੇ ਨੇ। ਜਿਹਦੇ ਘਰ ਲੜਕਾ ਹੈ ਉਹ ਕਹਿੰਦਾ ਮੇਰੇ ਘਰ ਨੂੰਹ ਆਵੇ, ਪਰ ਉਹ ਬਿਲਕੁਲ ਨਹੀਂ ਚਾਹੁੰਦਾ ਮੇਰੇ ਘਰ ਲੜਕੀ ਆਵੇ। ਇਸ ਲਈ ਜੇ ਬੰਦੇ ਦੀ ਰੱਬ ਮੰਨਣ ਲੱਗ ਜਾਏ ਨਾ, ਉਹਨੂੰ ਮੁੱਕ ਗਿਆ ਉਹਦਾ ਕੰਮ। ਕਿ ਉਹ ਲੜਕੀ ਕਿਸੇ ਮੰਗਣੀ, ਲੜਕੇ ਲੜਕੇ ਸਾਰੇ ਹੋਣੇ ਸਨ, ਅੱਗੇ ਸੰਸਾਰ ਚੱਲਣਾ ਨਹੀਂ ਸੀ। 100 ਕੁ ਸਾਲ 'ਚ ਸਾਰੇ ਮਰ ਮੁਰ ਜਾਂਦੇ, ਖਤਮ ਖੇਲ। ਇਸ ਲਈ ਪਰਮਾਤਮਾ ਸਾਡੀ ਨਹੀਂ ਮੰਨਦਾ। ਉਹਨੇ ਤਾਂ ਸਾਰੇ ਸੰਸਾਰ ਦਾ ਖਿਆਲ ਰੱਖਣਾ। ਅਸੀਂ ਸਵਾਰਥੀ ਹਾਂ, ਅਸੀਂ ਨਿੱਜ ਦੇਖਦੇ ਹਾਂ। ਪਰਮਾਤਮਾ ਨੇ ਤਾਂ ਸਾਰਿਆਂ ਦਾ ਖਿਆਲ ਰੱਖਣਾ ਹੈ। ਇਸ ਲਈ ਉਹ ਆਪਣੇ ਤੌਰ 'ਤੇ ਜੋ ਠੀਕ ਸਮਝਦਾ ਉਹ ਕਰਦਾ, ਸਾਡੇ ਅਨੁਸਾਰ ਉਹ ਨਹੀਂ ਚੱਲਦਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜੋ ਤਉ ਭਾਵੈ ਸੋਈ ਥੀਸੀ, ਜੋ ਤੈਨੂੰ ਚੰਗਾ ਲੱਗਦਾ ਉਹੀ ਹੋਣਾ। ਜੋ ਤੂੰ ਦੇਂ ਸੋਈ ਹਾਂ ਪਾਈ, ਜੋ ਤੂੰ ਦਿੰਦਾ ਹੈ ਉਹੀ ਮੈਨੂੰ ਮਿਲਦਾ ਹੈ। ਅਸੀਂ ਲੈਣਾ ਤਾਂ ਬੜਾ ਕੁਝ ਚਾਹੁੰਦੇ ਹਾਂ, ਆ ਵੀ ਮਿਲੇ, ਆ ਵੀ ਮਿਲੇ, ਆ ਵੀ ਮਿਲੇ, ਪਰ ਸਾਨੂੰ ਉਹੀ ਮਿਲਦਾ ਜੋ ਉਹ ਦਿੰਦਾ ਹੈ। ਜੋ ਉਹ ਦਿੰਦਾ ਹੈ ਉਹੀ ਸਾਨੂੰ ਮਿਲਦਾ ਹੈ। ਇਸ ਲਈ ਅਸੀਂ ਤਾਂ ਵੱਧ ਉਹਦੇ ਅੱਗੇ ਤਰਲਾ ਕਰ ਸਕਦੇ। ਉਹਦੀ ਮਰਜ਼ੀ ਸਾਡਾ ਤਰਲਾ ਮੰਨੇ ਨਾ ਮੰਨੇ, ਉਹਦੀ ਮਰਜ਼ੀ ਹੈ। ਅਸੀਂ ਤਾਂ ਉਹਦੇ ਅੱਗੇ ਬੇਨਤੀ ਕਰ ਸਕਦੇ ਹਾਂ, ਜਿਵੇਂ ਤੁਸੀਂ ਰੋਜ਼ ਕਰਦੇ ਹੋ, ਗੁਰੂ ਗ੍ਰੰਥ ਮੱਥਾ ਟੇਕਦੇ ਹੋ, ਤਾਂ ਸਾਡੀ ਬਾਣੀ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਨਹੀਂ ਹੈ, ਬਾਣੀ ਸਾਡਾ ਗੁਰੂ ਹੈ।
ਬਾਣੀ ਗਿਆਨ ਹੈ। ਅਸੀਂ ਗਿਆਨ ਨੂੰ ਮੱਥਾ ਟੇਕਦੇ ਹਾਂ। ਮਹਾਨਤਾ ਸਰੀਰ ਦੀ ਨਹੀਂ ਹੁੰਦੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ, ਅਸੀਂ ਤਾਂ ਬਾਣੀ ਨੂੰ ਮੱਥਾ ਟੇਕਦੇ ਹਾਂ। ਅਸੀਂ ਤਾਂ ਗਿਆਨ ਨੂੰ ਮੱਥਾ ਟੇਕਦੇ ਹਾਂ। ਅਸੀਂ ਗਿਆਨ ਨੂੰ ਮੰਨਦੇ ਹਾਂ। ਅਸੀਂ ਗਿਆਨ ਨੂੰ ਪੜ੍ਹਦੇ ਹਾਂ। ਅਸੀਂ ਗਿਆਨ ਨੂੰ ਗਾਉਂਦੇ ਹਾਂ। ਅਸੀਂ ਗਿਆਨ ਦੀ ਕਥਾ ਕਰਦੇ ਹਾਂ। ਅਸੀਂ ਗਿਆਨ ਅੱਗੇ ਸਿਰ ਝੁਕਾਉਂਦੇ ਹਾਂ। ਬੰਦਿਆਂ ਅੱਗੇ ਕੋਈ ਸਿਰ ਨਹੀਂ ਝੁਕਾਇਆ ਕਰਦਾ। ਕਹਿੰਦੇ ਨੌਲੇਜ ਇਜ਼ ਪਾਵਰ। ਗਿਆਨ 'ਚ ਤਾਕਤ ਹੁੰਦੀ ਹੈ। ਗਿਆਨ ਵੱਡਿਆਂ ਵੱਡਿਆਂ ਨੂੰ ਝੁਕਣ ਲਾਉਂਦਾ ਹੈ। ਅਸੀਂ ਤਾਂ ਗਿਆਨ ਨੂੰ ਮੱਥਾ ਟੇਕਦੇ ਹਾਂ। ਗਿਆਨ ਹੈ ਇਹ, ਰੱਬੀ ਗਿਆਨ ਹੈ। ਅਤੇ ਜਿਹੜਾ ਗਿਆਨ ਨੂੰ ਮੱਥਾ ਟੇਕਦਾ ਇੱਕ ਦਿਨ ਉਹ ਗਿਆਨਵਾਨ ਹੋ ਜਾਂਦਾ। ਅਤੇ ਜਿਹੜਾ ਸਰੀਰਾਂ ਨੂੰ ਮੱਥਾ ਟੇਕੀ ਜਾਂਦਾ, ਟੇਕੀ ਜਾਵੇ। ਉਹਦੇ ਵਿੱਚ ਜੋ ਗਿਆਨ ਹੈ ਉਸ ਨੂੰ ਤਾਂ ਪ੍ਰਾਪਤ ਨਹੀਂ ਕਰਦਾ। ਸੰਤ ਸਰੀਰ ਕਰਕੇ ਸੰਤ ਨਹੀਂ। ਭਗਤ ਰਵਿਦਾਸ ਦੀ ਕੀਮਤ ਸਰੀਰ ਕਰਕੇ ਨਹੀਂ ਸੀ। ਭਗਤ ਰਵਿਦਾਸ ਕੋਲ ਰੱਬੀ ਗਿਆਨ ਸੀ। ਉਸ ਗਿਆਨ ਕਾਰਨ ਵੱਡੇ ਵੱਡੇ ਪੰਡਿਤ ਉਹਨੂੰ ਡੰਡੌਤ ਕਰਦੇ ਸਨ। ਗਿਆਨ ਸੀ। ਕਬੀਰ ਸਾਹਿਬ ਸਧਾਰਨ ਜਲਾਹੇ ਸਨ। ਕੌਣ ਪੁੱਛਦਾ ਸਮਾਜ 'ਚ ਜਲਾਹਿਆਂ ਨੂੰ? ਪਰ ਉਹਦੇ ਕੋਲ ਗਿਆਨ ਸੀ। ਅਤੇ ਗਿਆਨ ਸੰਸਾਰੀ ਨਹੀਂ, ਸੰਸਾਰੀ ਗਿਆਨ 'ਚ ਵੀ ਬੜੀ ਤਾਕਤ ਹੁੰਦੀ ਹੈ। ਪਰ ਉਹਨਾਂ ਕੋਲ ਰੱਬੀ ਗਿਆਨ ਸੀ। ਅਤੇ ਰੱਬੀ ਗਿਆਨ ਦੇ ਅੱਗੇ ਫਿਰ ਦੁਨੀਆ ਝੁਕਦੀ ਸੀ। ਉਹਨਾਂ ਸਾਰਿਆਂ ਕੋਲ ਗਿਆਨ ਸੀ ਅਤੇ ਸਾਡੇ ਗੁਰੂਆਂ ਦਾ ਵੀ ਗਿਆਨ ਸੀ। ਇਸ ਲਈ ਜਦੋਂ ਅਸੀਂ ਮੱਥਾ ਟੇਕਦੇ ਹਾਂ, ਇਸ ਗਿਆਨ ਨੂੰ ਮੱਥਾ ਟੇਕਦੇ ਹਾਂ। ਅਸੀਂ ਕਿਸੇ ਕਿਤਾਬ ਨੂੰ ਮੱਥਾ ਨਹੀਂ ਟੇਕਦੇ। ਕਈ ਕਹਿੰਦੇ ਨੇ ਜੀ ਫਿਰ ਮੂਰਤੀ ਦੇ ਵੀ ਤੁਹਾਡੇ ਗ੍ਰੰਥ 'ਚ ਕੀ ਫਰਕ ਹੋਇਆ? ਇਹ ਵੀ ਦੇਖਣ ਨੂੰ ਬੇਜਾਣ ਹੈ ਅਤੇ ਉਹ ਵੀ ਬੇਜਾਣ ਹੈ। ਮੈਂ ਤੁਹਾਨੂੰ ਗਿਆਨ ਹੀ ਨਹੀਂ ਹੈ। ਅਸੀਂ ਕਿਤਾਬਾਂ ਨੂੰ ਮੱਥਾ ਨਹੀਂ ਟੇਕਦੇ। ਉਹ ਤਾਂ ਆਖਰਕਾਰ ਗਿਆਨ ਕਾਗਜ਼ ਦੇ ਉੱਤੇ ਲਿਖਿਆ ਹੋਇਆ ਹੈ ਅਤੇ ਕਾਗਜ਼ਾਂ ਦੀ ਸਾਂਭ ਸੰਭਾਲ ਲਈ ਜਿਲਦ ਚਾਹੀਦੀ ਹੁੰਦੀ ਹੈ। ਦੇਖਣ ਨੂੰ ਇੱਕ ਧਾਰਮਿਕ ਗ੍ਰੰਥ ਹੈ। ਅਸੀਂ ਇਸ ਧਾਰਮਿਕ ਗ੍ਰੰਥ ਨੂੰ ਮੱਥਾ ਨਹੀਂ ਟੇਕਦੇ। ਇਹਦੇ ਵਿੱਚ ਜੋ ਗਿਆਨ ਹੈ ਅਸੀਂ ਉਹਦੇ ਅੱਗੇ ਸਿਰ ਝੁਕਾਉਂਦੇ ਹਾਂ। ਗਿਆਨਵਾਨ ਅੱਗੇ ਹੀ ਸਿਰ ਝੁਕਾਇਆ ਜਾਂਦਾ ਹੈ। ਅਸੀਂ ਇਹ ਰੱਬੀ ਗਿਆਨ ਹੈ। ਅਸੀਂ ਗਿਆਨ ਨੂੰ ਮੱਥਾ ਟੇਕਦੇ ਹਾਂ ਅਤੇ ਇਸ ਲਈ ਸਾਡਾ ਫਰਜ਼ ਬਣਦਾ ਹੈ ਇਸ ਗਿਆਨ ਨੂੰ ਅਸੀਂ ਗ੍ਰਹਿਣ ਕਰੀਏ। ਸੋ ਗੁਰੂ ਮਹਾਰਾਜ ਕਹਿੰਦੇ ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਂ ਸੋਈ ਹਾਂ ਪਾਈ। ਜੋ ਤੈਨੂੰ ਪਾਉਂਦਾ ਉਹੀ ਹੁੰਦਾ, ਜੋ ਤੂੰ ਦਿੰਦਾ ਹੈ ਉਹੀ ਮੈਨੂੰ ਮਿਲਣਾ। ਮੇਰੀ ਮਰਜ਼ੀ ਨਹੀਂ ਚੱਲਣੀ, ਪਰਮਾਤਮਾ ਦੀ ਮਰਜ਼ੀ ਚੱਲਣੀ ਹੈ। ਉਹਨੇ ਦੇਖਣਾ ਕਿ ਮੇਰੇ ਲਈ ਕੀ ਠੀਕ ਹੈ ਅਤੇ ਕੀ ਗਲਤ ਹੈ। ਸਾਨੂੰ ਤਾਂ ਪਤਾ ਹੀ ਨਹੀਂ। ਸਾਨੂੰ ਆਪਣੇ ਫਿਊਚਰ ਦਾ ਨਹੀਂ ਪਤਾ ਕਿ ਜੋ ਅਸੀਂ ਮੰਗ ਰਹੇ ਹਾਂ, ਅਗਰ ਇਹ ਸਾਡੀ ਮੰਗ ਪੂਰੀ ਹੋ ਗਈ, ਕੀ ਇਹ ਸਾਡੇ ਲਈ ਲਾਭਦਾਇਕ ਹੈ ਕਿ ਨੁਕਸਾਨਦਾਇਕ ਹੈ? ਸਾਨੂੰ ਤਾਂ ਇਹੀ ਨਹੀਂ ਪਤਾ। ਸਾਨੂੰ ਤਾਂ ਇਹੀ ਨਹੀਂ ਪਤਾ। ਜੇ ਕੋਈ ਜਿਵੇਂ ਕੰਸ ਨੂੰ ਪਹਿਲਾਂ ਦੱਸਦਾ ਜੋਤਸ਼ੀ ਨੇ, ਤੇਰੀ ਭੈਣ ਦੇ ਘਰ ਜਿਹੜਾ ਲੜਕਾ ਹੈਗਾ ਉਹ ਤੈਨੂੰ ਮਾਰੇਗਾ, ਲੱਗ ਨਾ ਪਤਾ? ਅਤੇ ਉਹਨੇ ਕਿਹਾ ਜੇ ਇਹਨੂੰ ਮੈਨੂੰ ਮਾਰੇਗਾ, ਮੈਨੂੰ ਹੋਣ ਹੀ ਨਹੀਂ ਦਿੰਦਾ, ਮੈਂ ਮਾਰ ਦਾਂਗਾ ਉਹਨੂੰ। ਤੁਸੀਂ ਪੁੱਤਰ ਮੰਗਿਆ, ਅਖਬਾਰ 'ਚ ਹੁੰਦਾ ਪੁੱਤਰ ਨੇ ਬਾਪ ਮਾਰਤਾ, ਹੁੰਦਾ ਕਿ ਨਹੀਂ? ਪੁੱਤਰ ਮੰਗਿਆ, ਪੁੱਤਰ ਨੇ ਬਾਪ ਦਾ ਕਤਲ ਕਰ ਦਿੱਤਾ। ਅਤੇ ਜੇ ਕਿਤੇ ਜੋਤਸ਼ੀ ਉਸ ਬਾਪ ਨੂੰ ਕਹਿੰਦਾ ਜਿਹੜਾ ਤੂੰ ਪੁੱਤਰ ਮੰਗ ਰਿਹਾ ਨਾ ਇਹੀ ਤੈਨੂੰ ਮਾਰੂ, ਸ਼ਾਇਦ ਫਿਰ ਨਾ ਮੰਗਦਾ ਅਤੇ ਨਾ ਪੈਦਾ ਹੋਣ ਦਿੰਦਾ, ਨਾ ਪੈਦਾ ਹੋਣ ਦਿੰਦਾ। ਪਰ ਸਾਨੂੰ ਨਹੀਂ ਗਿਆਨ ਹੈ, ਇਸ ਲਈ ਅਸੀਂ ਚੀਜ਼ਾਂ ਮੰਗਦੇ ਰਹਿੰਦੇ। ਉਹ ਬਾਅਦ 'ਚ ਪਤਾ ਲੱਗਦਾ ਵੀ ਐਵੇਂ ਕਈ ਸਾਲ ਨੱਕ ਰਗੜਦੇ ਰਹੇ, ਚਲੀਹੇ ਕਰਦੇ ਰਹੇ, ਇਹ ਤਾਂ ਮਗਰੋਂ ਨੁਕਸਾਨਦਾਇਕ ਹੀ ਨਿਕਲਿਆ। ਵੇ ਮਰ ਜਾਵੇ ਤੂੰ ਇਹਦੇ ਨਾਲ ਤੂੰ ਨਾ ਹੁੰਦਾ ਵੇ। ਅੱਗੋਂ ਬੋਲਦਾ ਮੈਂ ਤੈਨੂੰ ਕਿਹਾ ਸੀ ਮੈਨੂੰ ਜੰਮ। ਇੱਕ ਲੜਕੇ ਤੋਂ ਉਦੋਂ ਵੀ ਅੱਗੇ ਬੋਲਤਾ ਸੀ, ਉਹ ਮੈਂ ਤੁਹਾਡੇ ਨਾਲ ਸਾਂਝਾ ਨਹੀਂ ਕਰਦਾ। ਗਲੀ 'ਚ ਮੈਂ ਸਕੂਲ ਨੂੰ ਜਾ ਰਿਹਾ ਸੀ, ਸਵੇਰੇ ਸਵੇਰੇ ਮਾਂ ਪੁੱਤ ਲੜ ਰਹੇ ਹੋਣੇ, ਟੀਚਰ ਜਾ ਰਹੇ ਨੇ ਅਤੇ ਕਹਿੰਦਾ ਮਰ ਜਾਣਾ, ਇਹਦੇ ਨਾਲ ਤੂੰ ਨਾ ਹੁੰਦਾ। ਉਹ ਕਹਿੰਦਾ ਮੈਂ ਤੈਨੂੰ ਕਿਹਾ ਸੀ ਜੰਮ, ਅਤੇ ਅੱਗੇ ਜੋ ਕਿਹਾ ਉਹ ਮੈਂ ਤੁਹਾਡੇ ਨਾਲ ਸਾਂਝਾ ਨਹੀਂ ਕਰ ਸਕਦਾ। ਮੈਨੂੰ ਬੜੀ ਸ਼ਰਮ ਆਈ ਵੀ ਦੱਸ ਇਹੋ ਜਿਹਾ ਪੁੱਤਰ ਅਗਲੇ ਨੇ ਜੰਮੇ।
ਕੀ ਅਗਲੇ ਇਹ ਸੀ ਉਮੀਦ ਵੀ ਇਹੋ ਜਿਹਾ ਸਾਡਾ ਪੁੱਤਰ ਹੋਵੇਗਾ ਜਿਸ ਲਈ ਅਸੀਂ ਢੋਲ ਢਮੱਕੇ ਵਜਾਏ, ਮਠਿਆਈਆਂ ਵੰਡੀਆਂ, ਸ਼ਰਾਬਾਂ ਪੀਤੀਆਂ, ਲੋਕਾਂ ਨੂੰ ਸ਼ਰਾਬਾਂ ਪਿਲਾਈਆਂ? ਕਿਉਂਕਿ ਸਾਨੂੰ ਪਤਾ ਨਹੀਂ ਸਾਡੇ ਲਈ ਕੀ ਲਾਭਦਾਇਕ ਹੈ, ਇਸ ਲਈ ਅਸੀਂ ਐਵੇਂ ਫਜ਼ੂਲ ਦਾ ਮੰਗਦੇ ਰਹਿੰਦੇ ਹਾਂ। ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਕਰਮਾਤ ਦਾ ਹੁੰਦਾ ਬਖਸ਼ਿਸ਼। ਅਸਲ 'ਚ ਬਖਸ਼ਿਸ਼ ਹੋਈ ਹੈ ਜੇ ਪ੍ਰਮਾਤਮਾ ਆਪ ਖੁਸ਼ ਹੋ ਕੇ ਦੇਵੇ। ਉਹਨੇ ਤੁਹਾਨੂੰ 3 ਧੀਆਂ ਦਿੱਤੀਆਂ, ਉਹਨੇ ਦਿੱਤੀਆਂ ਨੇ, ਤੁਸੀਂ ਨਹੀਂ ਮੰਗੀਆਂ, ਬਸ ਉਹਦੀ ਦਾਤ ਸਮਝੋ ਵੀ ਹਾਂ ਇਹ ਭਾਗ ਲਾਉਣਗੀਆਂ ਸਾਡੇ ਘਰ ਨੂੰ। ਜੇ ਰਿੜ ਤੁਸੀਂ ਕਰੀ ਗਏ, ਵਿੱਚੋਂ ਨਫ਼ਰਤ ਕਰੀ ਗਏ, ਕਿੱਥੇ ਆ ਗਈਆਂ ਨੇ, ਉਹ ਤੁਹਾਡੀ ਭਾਵਨਾ ਉਹਨਾਂ ਦੇ ਵਿੱਚ ਚਲੀ ਜਾਣੀ ਹੈ। ਵੱਡਿਆਂ ਕੋਲ ਨੇ ਤੁਹਾਡਾ ਕਹਿਣੀ ਨਹੀਂ ਮੰਨਣਾ ਵੀ ਤੁਸੀਂ ਸਾਨੂੰ ਦਿਲੋਂ ਪਸੰਦ ਨਹੀਂ ਸੀ ਕਰਦੇ। ਤੁਹਾਡੀ ਭਾਵਨਾ ਬੱਚਿਆਂ 'ਚ ਜਾਈ ਜਾਣੀ ਲਗਾਤਾਰ, ਹਰ ਸਾਲ ਉਹਨਾਂ ਦੇ ਵਿਚਾਰ ਵੀ ਤੁਹਾਡੇ ਵਿਰੁੱਧ ਹੋਈ ਜਾਣੇ ਨੇ, ਕਿਉਂਕਿ ਤੁਸੀਂ ਉਹਨਾਂ ਦੇ ਵਿਰੁੱਧ ਹੋ। ਅਸੀਂ ਇਹਨੂੰ ਨਹੀਂ ਸੀ ਚਾਹੁੰਦੇ, ਇਹ ਐਵੇਂ ਆ ਗਈਆਂ ਨੇ, ਇਹ ਹੈ। ਰੋਟੀ ਪਾਣੀ ਤਾਂ ਦੇਣੇ ਹੀ ਬੱਚੇ ਨੇ। ਤੁਹਾਡੀ ਜਿਹੜੀ ਸੋਚ ਹੈ ਉਹਦੇ ਵਿੱਚ ਜਾਵੇਗੀ, ਉਹ ਵੀ ਬਾਅਦ 'ਚ ਆਪਣੀ ਮਰਜ਼ੀ ਕਰੇ, ਤੁਹਾਡੇ ਅੱਖੇ ਨਹੀਂ ਲੱਗਣਾ, ਕਿਉਂਕਿ ਤੁਸੀਂ ਉਹਨੂੰ ਦਿਲੋਂ ਪਸੰਦ ਹੀ ਨਹੀਂ ਕੀਤਾ। ਸਾਡੀ ਭਾਵਨਾ ਬੱਚਿਆਂ ਤੱਕ ਜਾਂਦੀ ਹੈ, ਇਸ ਲਈ ਬੜਾ ਖਿਆਲ ਰੱਖਣਾ ਪੈਂਦਾ ਹੈ। ਬੱਚੇ ਪੈਦਾ ਕਰਨਾ ਹੋਰ ਗੱਲ ਨੇ, ਪਾਲਣਾ ਬੜੇ ਔਖੇ ਹੁੰਦੇ ਨੇ। ਪਾਲਣ ਵਾਲੇ ਮਾਂ ਬਾਪ ਨੂੰ ਬੜਾ ਸੁਚੱਜ ਹੋਣਾ ਚਾਹੀਦਾ ਹੈ। ਬਾਪ ਆ ਰਿਹਾ ਰਾਤ ਨੂੰ 10 ਵਜੇ ਵਿੰਗਾ ਟੇਢਾ ਜਿਹਾ ਹੋ ਕੇ, ਦੱਸ ਇਹ ਕਿਆ ਬੱਚੇ ਨੂੰ ਪਾਲੇਗਾ ਬਈ? ਇਹ ਬੱਚੇ ਨੂੰ ਕੀ ਸਿੱਖਿਆ ਦੇਵੇਗਾ ਜੀ? ਸਾਡੇ ਸਰਦਾਰ ਦਰਸ਼ਨ ਸਿੰਘ ਹੁੰਦੇ ਸੀ ਕਿਰਾਏਦਾਰ। ਲਓ ਜੀ, ਰਾਤੀ ਸਰਦੀਆਂ ਦਾ ਮੌਸਮ, 9:30 ਵਜੇ ਸਾਡਾ ਦਰਵਾਜ਼ਾ ਖੜਕਿਆ। ਮੈਂ ਜੀ ਜਾਗਦਾ, ਮੈਂ ਬਾਹਰ ਨਿਕਲਿਆ। ਰਿਕਸ਼ੇ 'ਚ ਇੱਕ ਬੰਦਾ ਬੈਠਾ ਹੈ। ਹਾਂ, ਮੈਂ ਜੀ ਕਿਹਨੂੰ ਮਿਲਣਾ ਹੈ? ਕਿ ਮੈਂ ਸਰਦਾਰ ਦਰਸ਼ਨ ਸਿੰਘ ਨਾਲ ਮਿਲਣਾ। ਮੈਂ ਉਹਨਾਂ ਨੂੰ ਆਵਾਜ਼ ਮਾਰੀ, ਤੁਹਾਡਾ ਕੋਈ ਪ੍ਰਾਹੁਣਾ ਆਇਆ। ਉਹ ਗੇਟ ਕੋਲ ਆਏ, ਉਹਨੂੰ ਵੇਖਿਆ ਬੰਦੇ ਨੂੰ। ਰਿਕਸ਼ੇ ਵਾਲੇ ਨੂੰ ਕਹਿੰਦੇ, ਇਹਨੂੰ ਕਿੱਥੋਂ ਲੈ ਕੇ ਆਏ? ਕਹਿ ਜੀ ਮੈਂ ਬੱਸ ਸਟੈਂਡ ਤੋਂ। ਕਿੰਨੇ ਪੈਸੇ ਲਏ ਨੇ? ਕਹਿੰਦੇ 10 ਰੁਪਈਏ। ਦਰਸ਼ਨ ਸਿੰਘ ਨੇ 10 ਰੁਪਈਏ ਕੱਢੇ, ਕਹਿੰਦਾ ਆਹ ਲੈ 10 ਰੁਪਏ, ਇਹਨੂੰ ਜਿੱਥੋਂ ਲੈ ਉੱਥੇ ਹੀ ਛੱਡਿਆ। ਉਹਨੇ 10 ਲਏ, ਰਿਕਸ਼ਾ ਮੋੜ ਲਿਆ। ਬਾਅਦ 'ਚ ਪੁੱਛਿਆ ਕੌਣ ਸੀ? ਕਹਿੰਦੇ ਮੇਰਾ ਜੀਜਾ ਸੀ। ਇਹ ਧਿਆਨ ਦੇਣਾ। ਮੈਂ ਮੋੜ ਕਿਉਂ ਦਿੱਤਾ? ਕਹਿੰਦੇ ਇਹਨੂੰ ਪਤਾ ਨਹੀਂ ਵੀ ਅਸੀਂ ਵੈਸ਼ਨੂੰ, ਇਹ ਸ਼ਰਾਬ ਪੀ ਕੇ ਰਾਤ ਨੂੰ ਆ ਗਿਆ ਹੈ। ਇਹਨੂੰ ਪਤਾ ਨਹੀਂ ਵੀ ਅਸੀਂ ਵੈਸ਼ਨੂੰ, ਇਹ ਸ਼ਰਾਬ ਪੀ ਕੇ ਆ ਗਿਆ। ਮੈਂ ਨਹੀਂ ਵੜਨ ਦਿੰਦਾ ਇਹਨੂੰ। ਦੇਖੋ, ਸਾਲ ਨੇ ਜੀਜਾ ਵੜਨ ਨਹੀਂ ਦਿੱਤਾ। ਇਹ ਨਹੀਂ ਪਰਵਾਹ ਕੀਤੀ ਕਿ ਕੱਲ੍ਹ ਮੇਰੀ ਭੈਣ ਨਾਲ ਕੀ ਸਲੂਕ ਕਰੇਗਾ ਵੀ, ਅਤੇ ਐਂ ਕੀਤਾ ਨਾ, ਮੋੜਤਾ। ਠੰਡ ਦੇ ਮੌਸਮ 'ਚ ਮੋੜਤਾ। ਪਤਾ ਨਹੀਂ ਕਿੱਧਰ ਗਿਆ, ਕਿੱਧਰ ਨਹੀਂ ਗਿਆ। 3 ਕੁ ਮਹੀਨਿਆਂ ਬਾਅਦ ਫਿਰ ਇੱਕ ਹੋਰ ਦਿਨੇ ਆ ਗਿਆ, ਜੋਗੀ ਰੰਗ ਦੇ ਕੱਪੜੇ ਪਾਏ ਹੋਏ। ਮੈਂ ਹਾਂ ਜੀ ਕਿਹਨੂੰ ਮਿਲਣਾ? ਮੈਂ ਸਰਦਾਰ ਦਰਸ਼ਨ ਸਿੰਘ। ਕਹਿੰਦੇ ਮਿਲਣਾ। ਮੈਂ ਆਵਾਜ਼ ਮਾਰੀ, ਕਹਿੰਦੇ ਆਓ ਜੀ ਜੀਜਾ ਜੀ, ਆਓ ਜੀ, ਧੰਨ ਭਾਗ ਧੰਨ ਭਾਗ। ਹਾਂ, ਕਹਿੰਦਾ ਹੁਣ ਠੀਕ ਹੈ ਨਾ? ਹੁਣ ਸਾਧ ਹੋ ਗਿਆ। ਕਹਿੰਦੇ ਇਹੋ ਜਿਹਾ ਹੋਵੇ ਫਿਰ। ਹਾਂ, ਇਹ ਤਾਂ ਦੁਨੀਆ ਠੀਕ ਹੁੰਦੀ ਹੈ। ਤੁਸੀਂ ਕਰਦੇ ਰਹੋ ਪੁੱਛ ਤੇ ਫਿਰ ਉਹਨੂੰ ਵਿਗੜਨਾ ਹੀ ਵਿਗੜਨਾ ਹੈ। ਅਸੀਂ ਆਪ ਹੀ ਜ਼ਿੰਮੇਵਾਰ ਹਾਂ। ਆਪ 80% ਬਾਪ ਸ਼ਰਾਬੀ ਕਬਾਬੀ ਨੇ ਪੰਜਾਬ ਦੇ, 80%। ਅਤੇ ਕੀ ਉਮੀਦ ਕਰਦੇ ਨੇ ਆਪਣੇ ਬੱਚਿਆਂ ਤੋਂ? ਕੀ ਸਿੱਖਣਗੇ ਇਹੋ ਜਿਹੇ ਬਾਪ ਤੋਂ? ਤੁਸੀਂ ਆਪ ਹੀ ਸੋਚੋ, ਕੀ ਸਿੱਖਣਗੇ ਉਹ? ਅਸੀਂ ਆਪ ਭੱਠਾ ਬਿਠਾਉਣ 'ਤੇ ਲੱਗੇ ਹੋਏ ਹਾਂ, ਅਤੇ ਇਹ ਫਿਰ ਸੌਵੇ ਜੀਆ ਆਪਣਾ ਕੀ ਆ। ਹੁਣ ਸਾਂਭੋ, ਫਿਰ ਹੁਣ ਰੋਈ ਜਾਓ, ਪਿੱਟੀ ਜਾਓ, ਜੋ ਮਰਜ਼ੀ ਕਰੀ ਜਾਓ। ਇਸ ਲਈ ਗੁਰੂ ਮਹਾਰਾਜ ਕਹਿੰਦੇ ਉਹਨੇ ਜੋ ਦੇਣਾ ਨਾ ਉਹੀ ਸਾਨੂੰ ਮਿਲਣਾ। ਐਵੇਂ ਨਾ ਤਰਲੇ ਤੁਰਲੇ ਜਿਹੇ ਕੱਢੀ ਜਾਇਆ ਕਰੋ, ਭਜਨ ਬੰਦਗੀ ਕਰਦੇ ਰਹੋ। ਬਸ ਉਹ ਜੋ ਖੁਸ਼ ਹੋ ਕੇ ਦੇਵੇਗਾ ਉਹੀ ਸਾਡੇ ਲਈ ਲਾਭਦਾਇਕ ਹੈ। ਸਾਡਾ ਕੰਮ ਹੈ ਭਜਨ ਬੰਦਗੀ ਕਰੀ ਜਾਣਾ। ਬਸ ਮੰਗੀ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ। ਆਹ ਦੇ ਦੇ, ਉਹ ਦੇ ਦੇ, ਆਹ ਦੇ ਦੇ, ਉਹ ਦੇ ਦੇ, ਉਹਨੂੰ ਪਤਾ ਨਹੀਂ ਹੈਗਾ। ਜਦੋਂ ਪਰਮਾਤਮਾ ਜਾਣੀ ਜਾਣ ਹੈ, ਬਸ ਭਜਨ ਬੰਦਗੀ ਕਰੀ ਜਾਓ, ਆਪੇ ਸਭ ਕੁਝ ਸਮੇਂ 'ਤੇ ਸਾਨੂੰ ਦਿੰਦਾ ਰਹੇਗਾ। ਅੱਗੇ ਰਹਾ, ਸਭ ਤੇਰੀ ਤੂੰ ਸਭਨੀ ਤੈ, ਹਰ ਇੱਕ ਤੇਰਾ ਅਤੇ ਸਾਰੇ ਤੈਨੂੰ ਧਿਆਉਂਦੇ ਹਨ। ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਹਾਂ, ਧਿਆਉਣ ਵਾਲਿਆਂ 'ਤੇ ਜਿਸ 'ਤੇ ਤੂੰ ਕਰਦਾ ਕਿਰਪਾ, ਉਹਨੂੰ ਨਾਮ ਰਤਨ ਦੀ ਪ੍ਰਾਪਤੀ ਹੁੰਦੀ ਹੈ।
ਨਾਮ ਨੂੰ ਰਤਨ ਕਿਹਾ ਹੈ। ਰਤਨ ਹੀਰੇ ਜਵਾਹਰਾਤ, ਬਹੁਤ ਕੀਮਤੀ ਪਦਾਰਥ ਨੂੰ ਰਤਨ ਕਹਿੰਦੇ ਨੇ। ਪਰਮਾਤਮਾ ਦੇ ਨਾਮ ਨੂੰ ਰਤਨ ਕਿਹਾ, ਇਹ ਬਹੁਤ ਕੀਮਤੀ ਹੈ। ਵੈਸੇ ਤਾਂ ਨਾਮ ਦੀ ਗੁਰਬਾਣੀ ਕਹਿੰਦੇ ਕੀਮਤ ਹੀ ਨਹੀਂ ਪਾਈ ਜਾ ਸਕਦੀ, ਇਹ ਤਾਂ ਅਮੋਲਕ ਹੈ। ਨਾਮ ਤੇ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ। ਪਰ ਫਿਰ ਵੀ ਜਿਸ ਨੂੰ ਕਿਰਪਾ ਕਰੇ, ਹੇ ਪਰਮਾਤਮਾ ਜਿਸ ਤੇ ਤੂੰ ਕਿਰਪਾ ਕਰਦਾ ਹੈ, ਤਿੰਨ ਨਾਮ ਰਤਨ ਪਾਇਆ। ਤਿੰਨ ਨੰਨੇ ਨਸਿਆਰੇ ਹੈ ਉਸ ਨੇ, ਕਿਉਂਕਿ ਜਿਸ ਨੂੰ ਹੈ, ਜਿਨ੍ਹਾਂ ਨੂੰ ਨਹੀਂ। ਸ਼ੁਰੂ 'ਚ ਜਿਸ ਨੂੰ ਇੱਕ ਵਚਨ ਹੈ, ਜਿਸ ਤੇ ਜਿੰਦਾ ਜਿਨ੍ਹਾਂ ਨੂੰ, ਫਿਰ ਅੱਗੇ ਹੋਣਾ ਤਿੰਨ ਨੰਨੇ ਨਸਿਆਰੀ ਨਹੀਂ ਸੀ ਹੋਣੀ। ਨੰਨੇ ਨਸਿਆਰੀ ਪਾ ਕੇ ਤਿੰਨ ਇੱਕ ਵਚਨ ਬਣਾ ਦਿੱਤਾ ਗਿਆ ਹੈ। ਜਿਸ ਨੂੰ ਕਿਰਪਾ ਕਰੇ, ਜਿਸ ਤੇ ਤੂੰ ਕਿਰਪਾ ਕਰਦਾ ਹੈ, ਤਿੰਨ ਨਾਮ ਰਤਨ ਪਾਇਆ। ਉਸ ਨੂੰ ਨਾਮ ਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਮਿਲਣਾ ਗੁਰੂ ਤੋਂ ਸਭ ਤੋਂ ਵੱਡੀ ਦਾਤ ਹੈ। ਇੱਕ ਤੇ ਗੁਰਮੰਤਰ ਹੁੰਦਾ, ਇਹ ਤਾਂ ਕੋਈ ਗੱਲ ਨਹੀਂ ਹੁੰਦੀ। ਗੁਰਮੰਤਰ ਦੇਣ ਦੇ ਆਵਾਜ਼ਾਂ ਮਾਰਦੇ, ਹੋਕੇ ਦੇ ਸਪੀਕਰ ਲਾ ਲਾ ਕੇ, ਜਦੋਂ ਕਹੇ ਗੁਰੂ ਵਾਲੇ ਬਣ ਜਾਓ, ਗੁਰੂ ਵਾਲੇ ਬਣ ਜਾਓ, ਤਾਂ ਹੀ ਹੈ ਵੀ ਅੰਮ੍ਰਿਤ ਛਕੋ, ਅੰਮ੍ਰਿਤ ਛਕੋ, ਆ ਜਾਓ ਵੀ ਸਾਡੇ ਕੋਲ ਤੁਹਾਨੂੰ ਗੁਰਮੰਤਰ ਦਿੰਦੇ ਹਾਂ ਅਸੀਂ। ਗੁਰਮੰਤਰ ਤੋਂ, ਗੁਰਮੰਤਰ ਤਾਂ ਇੱਕ ਸਾਧਨ ਹੈ ਨਾਮ ਦੀ ਪ੍ਰਾਪਤੀ ਦਾ। ਗੁਰਮੰਤਰ ਤੇ ਇੱਕ ਸਾਧਨ ਹੈ। ਗੁਰਮੰਤਰ ਦਾ ਜਾਪ ਕਰਦਾ 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 ਬੰਦਾ ਨਾਮ ਦੀ ਅਵਸਥਾ 'ਤੇ ਪਹੁੰਚਦਾ ਹੈ। ਨਾਮ ਪ੍ਰਾਪਤ ਹੋ ਗਿਆ, ਭਾਵ ਰੱਬ ਪ੍ਰਾਪਤ ਹੋ ਗਿਆ ਹੈ। ਨਾਮ ਅਤੇ ਨਾਮੀ ਵਿੱਚ ਕੋਈ ਫਰਕ ਨਹੀਂ ਹੁੰਦਾ। ਨਾਮ ਮਿਲ ਗਿਆ ਜਾਂ ਰੱਬ ਮਿਲ ਗਿਆ, ਇੱਕੋ ਹੀ ਗੱਲ ਹੈ। ਪਰ ਗੁਰਮੰਤਰ ਨੂੰ ਆਮ ਸ਼ਬਦਾਂ 'ਚ ਜੀ ਮੈਂ ਨਾਮ ਲਿਆ ਹੋਇਆ ਹੈ, ਇਹ ਕਹਿੰਦੇ ਨੇ। ਨਾਮ ਤੇ ਸਾਡੀ ਜਿਹੜੀ ਹੈ ਉਦੇਸ਼ ਹੈ, ਜਿੱਥੇ ਅਸੀਂ ਪਹੁੰਚਣਾ ਹੈ, ਉੱਥੇ ਤਾਂ ਅਸੀਂ ਪਹੁੰਚਣਾ ਹੈ। ਸੋ ਜਿਸ 'ਤੇ ਗੁਰੂ ਮਹਾਰਾਜ ਪਰਮਾਤਮਾ ਕਿਰਪਾ ਕਰਦੇ ਨੇ, ਉਹਨੂੰ ਨਾਮ ਰਤਨ ਦੀ ਦਾਤ ਦਿੰਦੇ ਆ। ਗੁਰਮੁਖ ਲਾਧਾ ਮਨਮੁਖ ਗਵਾਇਆ। ਗੁਰਮੁਖ ਹੁੰਦਾ ਗੁਰੂ ਦੇ ਆਖੇ ਲੱਗਣ ਵਾਲਾ, ਮਨਮੁਖ ਹੁੰਦਾ ਮਨ ਦੇ ਆਖੇ ਲੱਗਣ ਵਾਲਾ। ਗੁਰਬਾਣੀ ਦੋ ਪ੍ਰਕਾਰ ਦੇ ਬੰਦੇ ਗਿਣੇ ਗਏ ਨੇ, ਇੱਕ ਗੁਰਮੁਖ, ਦੂਜਾ ਮਨਮੁਖ। ਤੀਜੇ ਪ੍ਰਕਾਰ ਦਾ ਕੋਈ ਬੰਦਾ ਨਹੀਂ ਗਿਣਿਆ ਗਿਆ। ਜਾਂ ਤਾਂ ਉਹ ਲੋਕ ਨੇ ਜਿਹੜੇ ਗੁਰੂ ਦੇ ਆਖੇ ਲੱਗਦੇ ਨੇ, ਜਾਂ ਉਹ ਲੋਕ ਨੇ ਜਿਹੜੇ ਮਨ ਦੇ ਆਖੇ ਲੱਗਦੇ ਨੇ। ਜਿਹੜੇ ਗੁਰਮੁਖ ਹੁੰਦੇ ਨੇ ਉਹ ਇਸ ਨਾਮ ਰਤਨ ਨੂੰ ਪ੍ਰਾਪਤ ਕਰ ਲੈਂਦੇ ਨੇ, ਲੱਭ ਲੈਂਦੇ ਨੇ। ਮਨਮੁਖ ਗਵਾਇਆ, ਅਤੇ ਜਿਹੜੇ ਮਨਮੁਖ ਨੇ ਇਸ ਨਾਮ ਰਤਨ ਨੂੰ ਗਵਾ ਲੈਂਦੇ ਨੇ। ਮਨਮੁਖ ਦਾ ਕਾਰਨ ਜੋ ਉਹਨਾਂ ਕੋਲ ਸੀ ਉਹ ਨਾ ਗਵਾ ਲਿਆ, ਮੰਨ ਲਓ ਭਜਨਬੰਦੀ ਕਰਦਾ ਰਹਿਣਾ ਕਰਦਾ ਰਹਿਣਾ ਕਰਦਾ ਰਹਿਣਾ, ਮੇਰੀ ਅਵਸਥਾ ਉੱਚੀ ਹੋ ਰਹੀ ਹੈ, ਫਿਰ ਮੈਂ ਕੋਈ ਗਲਤ ਕੰਮ ਕਰ ਦੇਣਾ, ਉਹ ਗਵਾ ਲਿਆ। ਜੋ ਪ੍ਰਾਪਤ ਕੀਤਾ ਕਈ ਸਾਲ ਲੱਗ ਕੇ ਉਹ ਖਤਮ ਹੋ ਗਿਆ। ਹੁਣ ਫਿਰ ਲੱਗਾ ਰਿਹਾ, ਫਿਰ ਲੱਗਾ ਰਿਹਾ, ਫਿਰ ਲੱਗਾ ਰਿਹਾ, ਫਿਰ ਲੱਗਾ ਰਿਹਾ, ਕਈ ਸਾਲ ਕੋਈ ਪ੍ਰਾਪਤੀ ਹੋਣ ਲੱਗੀ ਸੀ, ਫਿਰ ਕੋਈ ਹੋਰ ਗਲਤੀ ਕਰ ਦੇ, ਚੱਲ ਫਿਰ ਜ਼ੀਰੋ ਹੋ ਗਿਆ। ਐਂ ਸਾਰੀ ਉਮਰ ਬੰਦੇ ਦੀ ਲੰਘ ਜਾਂਦੀ ਹੈ। ਇਹ ਬੁਰਾਈਆਂ ਸਾਡੀ ਭਜਨ ਬੰਦਗੀ ਨੂੰ ਨਸ਼ਟ ਕਰ ਦਿੰਦੀਆਂ ਹਨ। ਇਹ ਬੁਰਾਈਆਂ ਭਜਨ ਬੰਦਗੀ ਨੂੰ ਨਸ਼ਟ ਕਰਦੀਆਂ। ਇਸ ਲਈ ਜਿਹੜਾ ਬੁਰੇ ਕੰਮ ਛੱਡਣੇ ਪੈਂਦੇ ਨੇ, ਫਿਰ ਭਜਨ ਬੰਦਗੀ ਹੁੰਦੀ। ਨਹੀਂ ਤਾਂ ਸੱਜਣ ਠੱਗ ਕਹਿ ਸਕਦਾ ਸੀ ਵੀ ਮਹਾਰਾਜ ਜੀ ਠੱਗੀਆਂ ਬੜੀਆਂ ਸਵਾਦ ਲੱਗਦੀਆਂ ਨੇ, ਹਾਂ ਮੈਂ ਨਾਮ ਜਪੀ ਜਾਂਗਾ, ਦੇ ਜੋ ਮੈਨੂੰ ਗੁਰਮੰਤਰ, ਪਰ ਠੱਗੀਆਂ ਰਹਿਣ ਦਿਓ। ਉਹ ਨਹੀਂ ਸੀ ਚੱਲਣੀ, ਉਹ ਨਹੀਂ ਸੀ ਚੱਲਣੀ। ਉਹਨੇ ਕਿਹਾ ਨਹੀਂ ਪਹਿਲੇ ਠੱਗੀਆਂ ਛੱਡ, ਉਸ ਤੋਂ ਬਾਅਦ ਤੇਰੇ ਨਾਲ ਮੈਂ ਕੋਈ ਗੱਲ ਕਰਾਂਗਾ। ਸੋ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਲਾਧਾ ਮਨਮੁਖ ਗਵਾਇਆ। ਗੁਰਮੁਖਾਂ ਨੇ ਇਹ ਨਾਮ ਰਤਨ ਲੱਭ ਲਿਆ, ਜਿਹੜੇ ਮਨਮੁਖ ਸਨ ਉਹਨਾਂ ਨੇ ਗਵਾ ਲਿਆ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਆਪ ਹੀ ਜੀਵ ਨੂੰ ਆਪਣੇ ਨਾਲੋਂ ਵਿਛੋੜਨ ਵਾਲਾ, ਕਿਉਂਕਿ ਜਦੋਂ ਅਸੀਂ ਮਨਮੁਖ ਹੋ ਜਾਵਾਂਗੇ ਪਰਮਾਤਮਾ ਸਾਨੂੰ ਆਪਣੇ ਤੋਂ ਵਿਛੋੜ ਦੇਗਾ, ਵਿਚਲ ਭੱਜਾ। ਕਿਉਂਕਿ ਸਾਡਾ ਸੁਭਾਅ ਹੀ ਨਾ ਉਹਦੇ ਵਰਗਾ ਰਿਹਾ, ਸਾਡੀ ਟੁੱਟ ਫੁੱਟ ਹੋ ਗਈ, ਸੁਭਾਅ ਹੀ ਨਹੀਂ ਮੇਲ ਖਾਂਦਾ। ਗੁਰਮੁਖ ਦਾ ਸੁਭਾਅ ਪਰਮਾਤਮਾ ਨਾਲ ਮੇਲ ਖਾਂਦਾ, ਇਸ ਲਈ ਉਹਨਾਂ ਦੇ ਆਪਸ 'ਚ ਨਿਭਦੀ ਹੈ। ਮਨਮੁਖ ਦਾ ਸੁਭਾਅ ਪਰਮਾਤਮਾ ਨਾਲ ਮੇਲ ਹੀ ਨਹੀਂ ਖਾਂਦਾ, ਇਸ ਲਈ ਉਹਨਾਂ ਦੇ ਆਪਸ 'ਚ ਟੁੱਟ ਫੁੱਟ ਹੋ ਗਈ ਹੈ। ਉਹ ਫਿਰ ਤੁਧ ਆਪ ਵਿਛੋੜਿਆ।
ਇਹ ਮਨਮੁਖ ਨੂੰ ਪਰਮਾਤਮਾ ਆਪ ਹੀ ਵਿਛੋੜ ਦਿੰਦਾ ਹੈ, ਗੁਰਮੁਖ ਨੂੰ ਆਪ ਹੀ ਮਿਲਾਉਣ ਵਾਲਾ ਨਾਲ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਤੂੰ ਦਰਿਆਓ, ਤੂੰ ਦਰਿਆ ਦੀ ਨਿਆਈ ਹੈ, ਸਭ ਤੁਝ ਹੀ ਮਾਂ, ਹਰ ਇੱਕ ਤੇਰੇ ਵਿੱਚ, ਹਰ ਇੱਕ ਤੇਰੇ ਵਿੱਚ ਹੈ, ਤੇਰੇ ਤੋਂ ਬਾਹਰ ਕੋਈ ਨਹੀਂ ਹੈਗਾ। ਤੁਝ ਬਿਨ ਦੂਜਾ ਨਾਹੀਂ, ਤੁਝ ਬਿਨ ਦੂਜਾ ਕੋਈ ਨਾਹੀਂ। ਤੇਰੇ ਤੋਂ ਬਿਨਾਂ ਹੋਰ ਤੇਰੇ ਵਰਗਾ ਕੋਈ ਹੈ ਹੀ ਨਹੀਂ, ਤੇਰੇ ਵਰਗਾ ਤੂੰ ਹੀ ਹੈ। ਤੇਰੇ ਤੋਂ ਬਿਨਾਂ ਤੇਰੇ ਵਰਗਾ ਦੂਜਾ ਹੋਰ ਕੋਈ ਹੈ ਹੀ ਨਹੀਂ ਹੈ। ਜੀ ਜੰਤ ਸਭ ਤੇਰਾ ਖੇਲ, ਇਹ ਸਾਰੇ ਜੀਵ ਜਨਤਾ ਤੇਰਾ ਖੇਲ ਨੇ, ਇਹ ਤਾਂ ਤੇਰੀ ਖੇਡ ਹੈ, ਇਹ ਤਾਂ ਤੇਰਾ ਤਮਾਸ਼ਾ ਹੈ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਦੋਂ ਵਿਯੋਗ ਦਾ ਸਮਾਂ ਆਉਂਦਾ ਹੈ, ਵਿਛੋੜੇ ਦਾ ਸਮਾਂ ਆਉਂਦਾ ਹੈ, ਮਿਲਿਆ ਹੋਇਆ ਬੰਦਾ ਵੀ ਵਿਛੜ ਜਾਂਦਾ। ਜਦੋਂ ਸੰਯੋਗ ਦਾ ਵੇਲਾ ਆਉਂਦਾ ਹੈ, ਫਿਰ ਵਿਛੜਿਆ ਹੋਇਆ ਆਪਸ 'ਚ ਮਿਲ ਪੈਂਦਾ ਹੈ। ਤਾਂ ਕਿ ਸੰਜੋਗ ਵਿਯੋਗ ਦੋਏ ਕਾਰ ਚਲਾਵੇਂ। ਇਹ ਸੰਸਾਰ ਦਾ ਕੰਮ ਸੰਜੋਗ ਅਤੇ ਵਿਯੋਗ ਹੀ ਚਲਾ ਰਹੇ ਨੇ। ਕੋਈ ਜੰਮ ਪਿਆ ਹੈ, ਕੋਈ ਮਰ ਗਿਆ ਹੈ, ਜੰਮ ਪਿਆ, ਮਿਲ ਪਿਆ, ਮਰ ਗਿਆ, ਵਿਛੜ ਗਿਆ। ਇਸ ਤਰ੍ਹਾਂ ਸਿਸਟਮ ਚੱਲਦਾ ਰਹਿੰਦਾ। ਜਿਸ ਨੂੰ ਤੂੰ ਜਣਾਏ, ਹੁਣ ਧਿਆਨ ਤੂੰ ਆ ਗਿਆ, ਜਣਾਏ ਨਹੀਂ ਹੋਏਗਾ। ਤੂੰ ਆ ਜੇ, ਮੈਂ ਆ ਜੇ, ਹੋਂ ਆ ਜੇ, ਅੱਗੇ ਜਿਹੜੀ ਕਿਰਿਆ ਆਵੇਗੀ ਉਹ ਨਕਰੇ ਹੀ ਬੋਲੀ ਜਾਂਦੀ ਹੈ। ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ। ਹੇ ਪਰਮਾਤਮਾ, ਤੈਨੂੰ ਉਹੀ ਵਿਅਕਤੀ ਜਾਣ ਸਕਦਾ ਹੈ ਜਿਸ ਨੂੰ ਤੂੰ ਜਣਾਉਂਦਾ ਹੈ। ਤੂੰ ਆਪਣੇ ਆਪ ਨੂੰ ਜਿਸ 'ਤੇ ਪ੍ਰਗਟ ਕਰਦਾ ਹੈ ਉਹੀ ਤੈਨੂੰ ਜਾਣ ਸਕਦਾ ਹੈ, ਦੂਜਾ ਨਹੀਂ ਜਾਣ ਸਕਦਾ। ਜਿੰਨਾ ਪਰਮਾਤਮਾ ਆਪਣੇ ਆਪ ਨੂੰ ਪ੍ਰਗਟ ਕਰਦਾ, ਸਿਰ ਮਨੁੱਖ ਓਨਾ ਹੀ ਪਰਮਾਤਮਾ ਨੂੰ ਜਾਣ ਸਕਦਾ। ਸਾਰੇ ਨੂੰ ਤਾਂ ਅੱਜ ਤੱਕ ਕੋਈ ਜਾਣ ਹੀ ਨਹੀਂ ਸਕਿਆ। ਸਾਰੇ ਪਰਮਾਤਮਾ ਨੂੰ ਤਾਂ ਅੱਜ ਤੱਕ ਕੋਈ ਜਾਣ ਹੀ ਨਹੀਂ ਸਕਿਆ। ਆਈਨਸਟਾਈਨ ਸੰਸਾਰ ਦਾ ਬੜਾ ਪ੍ਰਸਿੱਧ ਵਿਦਵਾਨ ਸਾਇੰਸਦਾਨ ਹੋਇਆ। ਕਹਿੰਦਾ ਜਿੰਨਾ ਪਰਮਾਤਮਾ ਨੇ ਮੈਨੂੰ ਦਿਮਾਗ ਦਿੱਤਾ, ਮੈਂ ਦਿਮਾਗ ਦਾ ਸਾਰੀ ਸਿਰਫ 9% ਹਿੱਸਾ ਵਰਤ ਸਕਿਆ, ਬਾਕੀ ਤਾਂ ਮੈਂ ਵਰਤ ਹੀ ਨਹੀਂ ਸਕਿਆ। ਕਿਤੇ ਮੈਨੂੰ ਵਰਤਣਾ ਆ ਜਾਂਦਾ ਸਾਰਾ ਦਿਮਾਗ, ਕੁਝ ਦਾ ਕੁਝ ਹੋ ਸਕਦਾ ਸੀ। ਇਹ ਮਨੁੱਖ ਪਰਮਾਤਮਾ ਦਾ ਹੀ ਰੂਪ ਹੈ। ਮਨੁੱਖ ਦੇ ਅੰਦਰ ਪਰਮਾਤਮਾ ਨੇ ਉਹ ਸ਼ਕਤੀਆਂ ਰੱਖੀਆਂ ਜੋ ਪਰਮਾਤਮਾ ਦੇ ਵਿੱਚ ਨੇ, ਪਰ ਸਾਨੂੰ ਉਹਨਾਂ ਸ਼ਕਤੀਆਂ ਦੀ ਵਰਤੋਂ ਹੀ ਨਹੀਂ ਕਰਨੀ ਆਉਂਦੀ। ਅਸੀਂ ਕੁਚੱਜੇ ਹਾਂ। ਚੀਜ਼ ਕੋਲ ਹੈ, ਉਹ ਵਰਤੋਂ ਨਹੀਂ ਕਰਨੀ ਆਉਂਦੀ। ਚਾਕੂ ਕੋਲ ਹੈ ਬਈ ਸਬਜ਼ੀ ਕੱਟਣ ਲਈ, ਫਲ ਕੱਟਣ ਲਈ, ਅਸੀਂ ਕੁਚੱਜੇ ਹਾਂ, ਆਪਣੇ ਢਿੱਡ 'ਚ ਹੀ ਮਾਰ ਲੈਣੇ, ਉਹਦੇ ਨਾਲ ਆਤਮ ਹੱਤਿਆ ਕਰ ਲੈਣੀ। ਉਹ ਆਤਮ ਹੱਤਿਆ ਕਰਨ ਲਈ ਨਹੀਂ ਸੀ, ਨਾ ਕੋਈ ਦੂਜੇ ਨੂੰ ਮਾਰਨ ਲਈ ਸੀ, ਉਹ ਤਾਂ ਸਬਜ਼ੀਆਂ ਲਈ ਸੀ, ਫਲ ਕੱਟਣ ਲਈ ਸੀ। ਪਰਮਾਤਮਾ ਨੇ ਸਾਡੇ ਅੰਦਰ ਸਭ ਕੁਛ ਰੱਖਿਆ ਹੋਇਆ ਹੈ, ਸਾਨੂੰ ਆਪਣੀ ਸ਼ਕਤੀ ਦੇ ਬਰਾਬਰ ਸ਼ਕਤੀਸ਼ਾਲੀ ਬਣਾਇਆ ਹੈ। ਪਰ ਉਹ ਕਹਿੰਦਾ ਹੈ ਵੀ ਇੱਕ ਸ਼ਰਤ ਹੈ, ਤੁਸੀਂ ਮੈਨੂੰ ਆਪਣੇ ਵਿੱਚੋਂ ਪ੍ਰਗਟ ਕਰ ਲਓ, ਫਿਰ ਤੁਹਾਡੀਆਂ ਸ਼ਕਤੀਆਂ ਮੇਰੇ ਵਰਗੀਆਂ ਹੋ ਜਾਣਗੀਆਂ, ਫਿਰ ਜੋ ਤੁਸੀਂ ਚਾਹੋਗੇ ਕਰ ਸਕਦੇ ਹੋ। ਤੁਸੀਂ ਮਰੇ ਨੂੰ ਵੀ ਜਿਉਂਦਿਆਂ ਕਰ ਸਕਦੇ, ਜਿਉਂਦਿਆਂ ਨੂੰ ਵੀ ਤੁਸੀਂ ਮਾਰ ਸਕਦੇ ਹੋ। ਇੰਨੀ ਸ਼ਕਤੀ ਤੁਹਾਡੇ ਕੋਲ ਆ ਜਾਏਗੀ। ਹੁਣ ਤਾਂ ਮਰੇ ਨੂੰ ਡਾਕਟਰ ਵੀ ਨਹੀਂ ਜਿਉਂਦਿਆਂ ਕਰ ਸਕਦੇ, ਇਹ ਸੰਤ ਮਹਾਤਮ ਮਰੇ ਨੂੰ ਵੀ ਜਿਉਂਦਿਆਂ ਕਰਦੇ। 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਕੁੱਲ 9 ਸਾਲ ਦੇ ਨੇ, ਮਰੇ ਹੋਏ ਦੋਸਤ ਨੂੰ ਜਿਉਂਦਿਆਂ ਕਰਤਾ। ਵੱਡੇ ਤੋਂ ਵੱਡੇ ਡਾਕਟਰ ਜ਼ੋਰ ਲਾ ਲੈ, ਮਰੇ ਨੂੰ ਜਿਉਂਦਿਆਂ ਨਹੀਂ ਕਰ ਸਕਦੇ। ਇਹ ਨਾ ਰੱਬੀ ਸ਼ਕਤੀ ਆ ਜਾਂਦੀ ਹੈ। ਹੈਨ ਸਾਰੀਆਂ ਸ਼ਕਤੀ ਅੰਦਰ ਹੀ ਸਾਡੇ,
ਪਰ ਉਹ ਸਾਨੂੰ ਪ੍ਰਗਟ ਹੀ ਨਹੀਂ ਕਰਨੀ ਆਉਂਦੀ। ਜੇ ਆਉਂਦੀਆਂ ਨੇ, ਬਾਣੀ ਦੱਸਦੀ ਹੈ, ਅਸੀਂ ਪ੍ਰਗਟ ਕਰਨ ਲਈ ਤਿਆਰ ਨਹੀਂ, ਕਿਉਂਕਿ ਮਿਹਨਤ ਕਰਨੀ ਪੈਂਦੀ ਹੈ। ਅਤੇ ਬੰਦਾ ਮਿਹਨਤ ਕਰਨ ਨੂੰ ਤਿਆਰ ਨਹੀਂ ਤਾਂ ਥੁੱਕੀ ਬੜੇ ਪਕਾਉਂਦੇ, ਥੁੱਕੀ ਬੜੇ ਨਹੀਂ ਪਕਦੇ। ਮਿਹਨਤ ਤਾਂ ਕਰਨੀ ਪਏਗੀ। ਜੇ ਆਪਣੇ ਅੰਦਰ ਸ਼ਕਤੀਆਂ ਪ੍ਰਗਟ ਨੇ, ਸਾਡੇ ਅੰਦਰ 9 ਨਿਧੀਆਂ 18 ਸਿੱਧੀਆਂ ਨੇ ਸਾਡੇ ਅੰਦਰ ਨੇ। ਬਾਣੀ ਇਹ ਵੀ ਕਹਿੰਦੀ ਤੁਸੀਂ ਵਾਹਿਗੁਰੂ 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 ਕਰੀ ਜਾਓ, ਉਹ 9 ਨਿਧੀਆਂ 18 ਸਿੱਧੀਆਂ ਤੁਹਾਡੇ ਅੰਦਰ ਪ੍ਰਗਟ ਹੋ ਜਾਣਗੀਆਂ। ਤੁਹਾਨੂੰ ਕਿਸੇ ਚੀਜ਼ ਦੀ ਸੰਸਾਰ 'ਚ ਕਮੀ ਹੀ ਨਹੀਂ ਆਵੇਗੀ। ਜਿੱਧਰ ਨੂੰ ਤੁਰੇ ਜਾਓਗੇ ਦੁਨੀਆ ਤੁਹਾਡੇ ਅੱਗੇ ਝੁਕਦੀ ਜਾਏਗੀ, ਮੱਥੇ ਟੇਕਦੀ ਜਾਏਗੀ। ਨਾ ਕੋਈ ਮਾਇਆ ਦੀ ਕਮੀ, ਨਾ ਖਾਣ ਪੀਣ ਦੀ ਕਮੀ, ਨਾ ਕੋਈ ਪਹਿਨਣ ਦੀ ਕਮੀ, ਨਾ ਕੋਈ ਰਹਿਣ ਦੀ ਕਮੀ, ਨਾ ਕੋਈ ਆਵਾਜਾਈ ਦੀ ਕਮੀ ਹੈ। ਇੰਨਾ ਕੁਛ ਸਾਡੇ ਅੰਦਰ ਹੈ। ਸਾਡੀ ਬਦਕਿਸਮਤੀ ਹੈ ਕਿ ਅਸੀਂ ਉਹਨਾਂ ਨੂੰ ਪ੍ਰਾਪਤ ਕਰਨ ਲਈ ਜ਼ੋਰ ਹੀ ਨਹੀਂ ਲਾਉਂਦੇ। ਨਿਰਾ ਗਿਆਨ ਕੁਝ ਨਹੀਂ ਸਵਾਰਿਆ ਕਰਦਾ। ਗਿਆਨ ਦੀ ਵਰਤੋਂ ਨਾਲ ਜ਼ਿੰਦਗੀ ਬਦਲਦੀ ਹੈ। ਬਾਣੀ ਸਾਰੇ ਗੁਰੂ ਗ੍ਰੰਥ ਤੋਂ ਮੂੰਹ ਜ਼ਬਾਨੀ ਰੱਟਾ ਲਾ ਲਓ, ਪਰ ਜੇ ਤੁਹਾਡਾ ਜੀਵਨ ਗੁਰਬਾਣੀ ਅਨੁਸਾਰ ਨੇ, ਇਹ ਕੁਝ ਨਹੀਂ ਸਵਾਰੇਗਾ ਤੁਹਾਡਾ। ਸਗੋਂ ਤੁਹਾਡੇ ਅੰਦਰ ਹਉਮੈ ਪੈਦਾ, ਮੈਨੂੰ ਸਾਰਾ ਗੁਰੂ ਗ੍ਰੰਥ ਮੂੰਹ ਜ਼ਬਾਨੀ ਯਾਦ ਹੈ ਵੀ ਕੀ ਜੀਵਨ ਗੁਰਬਾਣੀ ਅਨੁਸਾਰ ਹੈ, ਉਹ ਹੈ ਨਹੀਂ। ਫਿਰ ਰੱਟੇ ਲਾ ਕੇ ਕਿਆ ਕਰੋਗੇ? ਪਰਮਾਤਮਾ ਕਹਿੰਦਾ ਮੈਂ ਤੁਹਾਨੂੰ ਆਪਣੇ ਵਰਗਾ ਬਣਾਇਆ ਹੋਇਆ ਹੈ, ਤੁਸੀਂ ਮੇਰੇ ਵਰਗਾ ਹੋਵੋ। ਤੁਸੀਂ ਆਪਣੇ ਅੰਦਰ ਮੈਨੂੰ ਪ੍ਰਗਟ ਕਰ ਲਓ। ਜਦ ਤੁਸੀਂ ਮੈਨੂੰ ਪ੍ਰਗਟ ਕਰ ਲਓ, ਤੁਹਾਡੇ ਅਤੇ ਮੇਰੇ 'ਚ ਕੋਈ ਫਰਕ ਹੀ ਨਹੀਂ ਰਹਿ ਜਾਏਗਾ। ਜਿਵੇਂ ਪਰਮਾਤਮਾ ਸ਼ਕਤੀਸ਼ਾਲੀ ਹੁੰਦਾ, ਫਿਰ ਇਹ ਜਿਹੜਾ ਪਰਮਾਤਮਾ ਦਾ ਪ੍ਰਗਟ ਕਰਨਾ ਬ੍ਰਹਮ ਗਿਆਨੀ ਹੁੰਦਾ ਨਾ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਅਤੇ ਪਰਮਾਤਮਾ ਫਿਰ ਕੋਈ ਫਰਕ ਨਹੀਂ ਰਹਿੰਦਾ, ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੋ ਜਾਂਦਾ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੇ। ਜਿਸ ਨੂੰ ਤੂੰ ਆਪਣੇ ਆਪ ਨੂੰ ਜਣਾਉਂਦਾ ਹੈ ਉਹੀ ਤੈਨੂੰ ਜਾਣ ਸਕਦਾ ਹੈ। ਮੁਹੰਮਦ ਸਾਹਿਬ ਨੂੰ, ਈਸਾ ਮਸੀਹ ਨੂੰ ਸੱਤ ਆਕਾਸ਼ ਸੱਤ ਪਤਾਲ ਪਰਮਾਤਮਾ ਨੇ ਜਣਾਏ। ਉਹਨਾਂ ਨੇ ਕਹਿਤਾ ਸੱਤ ਆਕਾਸ਼ ਨੇ ਸੱਤ ਪਤਾਲ ਨੇ। ਪਰਮਾਤਮਾ ਨੇ ਗੁਰੂ ਨਾਨਕ ਨੇ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਜਣਾਏ, ਇਸ ਲਈ ਉਹਨਾਂ ਨੇ ਉਹਨੇ ਕਹਤੇ। ਜਿੰਨੇ ਜਿੰਨੇ ਉਸਨੇ ਆਪਣੇ ਆਪ ਨੂੰ ਜਣਾਇਆ, ਉਹਨਾਂ ਮਹਾਂਪੁਰਖਾਂ ਨੇ ਉਸ ਬਾਰੇ ਕਿਹਾ। ਹਰ ਗੁਣ ਸਦ ਹੀ ਆਖ ਵਖਾਣਾ। ਫਿਰ ਜਦੋਂ ਤੂੰ ਆਪਣੇ ਆਪ ਨੂੰ ਜਿਨਾਉਣਾ ਨਾ ਕਿਸੇ ਨੂੰ, ਉਹ ਫਿਰ ਸਦਾ ਹੀ ਤੇਰੇ ਗੁਣ ਗਾਉਂਦਾ, ਤੇਰੇ ਗੁਣਾਂ ਦਾ ਵਰਣਨ ਕਰਦਾ। ਫਿਰ ਉਹ ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਨ੍ਹਾਂ ਨੇ ਵੀ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ। ਅੱਜ ਮਨੁੱਖ ਦੁਖੀ ਹੈ, ਪੜ੍ਹ ਲਿਆ ਬਈ ਜਿਨ ਹਰ ਸੇਵਿਆ ਤੁਨ ਤਿਨ ਸੁਖ ਪਾਇਆ। ਬਈ ਜਿਨ੍ਹਾਂ ਨੇ ਵੀ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ। ਵੀ ਤੂੰ ਵੀ ਕਰ ਲੈ। ਹੁਣ ਬਾਣੀ 'ਚ ਲਿਖਿਆ ਹੋਇਆ, ਬਾਣੀ ਤਾਂ ਗਲਤ ਨਹੀਂ ਹੋ ਸਕਦਾ। ਇਹ ਕਿਹੜੇ ਗੁਰੂ ਮਹਾਰਾਜ ਦੇ ਆਪਣੇ ਵਿਚਾਰ ਨੇ? ਜੇ ਉਹਨਾਂ ਦੇ ਆਪਣੇ ਵਿਚਾਰ ਹੁੰਦੇ ਤਾਂ ਹੋ ਸਕਦਾ ਕੁਛ ਵਿੱਚ ਗੜਬੜ। ਉਹ ਤਾਂ ਕਹਿੰਦੇ ਸਾਡੇ ਦੇ ਵਿਚਾਰ ਹੀ ਨਹੀਂ। ਇਹ ਤਾਂ ਇਲਹਾਮ ਹੈ, ਇਹ ਤਾਂ ਰੱਬੀ ਸੁਨੇਹਾ ਹੈ, ਇਹ ਤਾਂ ਆਕਾਸ਼ਬਾਣੀ ਹੈ। ਸਿਰਫ ਸਾਡੇ ਮੂੰਹ ਰਾਹੀਂ, ਮੁੱਖ ਰਾਹੀਂ ਸੰਸਾਰ ਤੱਕ ਗਈ ਹੈ ਬਸ। ਇਹ ਤਾਂ ਰੱਬੀ ਹੈ ਬਾਣੀ। ਅਤੇ ਜਿਹੜੇ ਰੱਬੀ ਬੋਲਣੇ ਉਹ ਗਲਤ ਨਹੀਂ ਹੋਇਆ ਕਰਦੇ। ਸੋ ਜਿਨ੍ਹਾਂ ਨੇ ਵੀ ਪਰਮਾਤਮਾ ਦਾ ਸਿਮਰਨ ਕੀਤਾ, ਉਸੇ ਨੂੰ ਹੀ ਸੁੱਖ ਮਿਲਿਆ। ਜਿਸ ਨੇ ਵੀ, ਫਿਰ ਸਾਡਾ ਵੀ ਫਰਜ਼ ਬਣਦਾ ਵੀ ਆਪਾਂ ਵੀ ਫਿਰ ਵੱਧ ਤੋਂ ਵੱਧ ਸਿਮਰਨ ਕਰੋ ਅਤੇ ਸੁਖੀ ਰਹੋ, ਮੌਜਾਂ ਕਰੋ। ਕੋਈ ਜ਼ਰੂਰੀ ਦੁਖੀ ਰਹਿਣਾ, ਪਰ ਨਹੀਂ। ਮਨੁੱਖ ਸੁਖੀ ਤਾਂ ਹੋਣਾ ਚਾਹੁੰਦਾ ਹੈ, ਪਰ ਸੁੱਖ ਲਈ ਯਤਨ ਹੋਰ ਕਰਦਾ ਰਹਿੰਦਾ ਹੈ। ਸੁਖੀ ਤਾਂ ਹੋਣਾ ਚਾਹੁੰਦਾ ਹੈ, ਸੁੱਖ ਲਈ ਯਤਨ ਵੀ ਕਰਦਾ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਜੋ ਗੁਰਬਾਣੀ ਯਤਨ ਕਰਨ ਨੂੰ ਕਹਿੰਦੇ ਉਹ ਨਹੀਂ ਕਰਦਾ, ਇਸ ਲਈ ਇਹਦੇ ਯਤਨਾਂ ਨੂੰ ਫਲ ਨਹੀਂ ਲੱਗਦਾ। ਦੁਖੀ ਤਾਂ ਦੁਖੀ ਰਹਿੰਦਾ। ਕਿ ਕਰੋੜਾਂ ਰੁਪਏ ਹੋਣ ਦੇ, ਲੱਖਾਂ ਰੁਪਏ ਹੋਣ ਦੇ ਬਾਵਜੂਦ ਵੀ ਦੁਖੀ ਰਹਿੰਦਾ। ਧੀ ਪੁੱਤਰ ਨੇ ਫਿਰ ਵੀ ਦੁਖੀ ਹੈ, ਮਾਂ ਪਿਓ ਨੇ ਫਿਰ ਵੀ ਦੁਖੀ ਹੈ, ਕੋਲ ਕਾਰ ਕੋਠੀਆਂ ਨੇ ਫਿਰ ਵੀ ਦੁਖੀ ਹੈ, ਅਮੀਰ ਹੈ, ਕਰੋੜਾਂ ਰੁਪਏ ਬੈਂਕ ਵਾਲੇ ਫਿਰ ਵੀ ਦੁਖੀ ਹੈ,
ਬੜਾ ਵਿਚਾਰੇ ਨੇ ਬੜੇ ਸਾਲ ਸੁੱਖ ਲੈਣ ਲਈ ਇੰਨੀ ਮਿਹਨਤ ਕੀਤੀ, ਪ੍ਰਦੇਸਾਂ 'ਚ ਵੀ ਗਿਆ ਧਨ ਕਮਾਉਣ ਲਈ। ਉੱਥੋਂ ਵਾਲੇ ਵੀ ਰੋਂਦੇ ਨੇ, ਰੋਜ਼ ਮੇਰੇ ਤੋਂ ਅਰਦਾਸਾਂ ਕਰਾਉਂਦੇ ਰਹਿੰਦੇ ਨੇ, ਮੇਰਾ ਤੂੰ ਬੰਦਿਆ ਤੂੰ ਜਿੱਥੇ ਮਰਜ਼ੀ ਚਲੇ ਜਾ। ਇੱਕ ਮਾਂ ਰਾਤ ਰੋ ਰਹੀ ਸੀ ਅਮਰੀਕਾ ਤੋਂ, ਮੇਰਾ ਪੁੱਤਰ ਜੀ ਨਾ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ, ਉਹ ਫੜਿਆ ਗਿਆ ਜੀ। ਮੈਂ ਚੰਗਾ ਭੈਣ ਜੀ ਵਧਾਈਆਂ। ਹੋਰ ਮੈਂ ਕਹਿਣਾ ਸੀ, ਮੈਂ ਵਧਾਈਆਂ ਜੀ, ਮੈਂ ਅਮਰੀਕਾ ਦੇ ਤੁਹਾਡੇ ਬੱਚੇ ਨੂੰ ਪਤਾ ਨਹੀਂ ਸੀ ਵੀ ਸ਼ਰਾਬ ਪੀ ਕੇ ਤੇ ਡਰਾਈਵ ਹੀ ਨਹੀਂ ਕਰੀ ਦੀ ਹੁੰਦੀ, ਪਤਾ ਹੋਣ ਦੇ ਬਾਵਜੂਦ ਕਰ ਰਿਹਾ, ਫੜਿਆ ਕਿ ਮੈਂ ਕੀ ਕਰਾਂ? ਮੈਂ ਕੁਛ ਨਹੀਂ ਕਰ ਨਹੀਂ ਜੀ ਕੁਛ ਕਰੋ। ਮੈਂ ਬੀਬਾ ਮੈਂ ਕੁਛ ਨਹੀਂ ਕਰ ਸਕਦਾ, ਮੈਂ ਕਿਸੇ ਗਲਤ ਬੰਦੇ ਲਈ ਕੋਈ ਅਰਦਾਸ ਕਰਨ ਲਈ ਤਿਆਰ ਨਹੀਂ, ਕੋਈ ਪਾਠ ਦੇਣ ਲਈ ਤਿਆਰ ਨਹੀਂ, ਮੈਂ ਨਹੀਂ ਕਰ ਸਕਦਾ। ਐਂ ਤਾਂ ਸਾਰੇ ਜੇਲ੍ਹ ਵਾਲੇ ਮੇਰੇ ਕੋਲ ਆ ਜਾਣਗੇ, ਅਸੀਂ ਬਰੀ ਹੋ ਜਾਈਏ ਜੀ, ਜਿੰਨਿਆਂ 'ਤੇ ਮੁਕੱਦਮੇ ਚੱਲਦੇ ਨੇ ਸਾਰੇ ਹੀ ਆ ਜਾਣਗੇ, ਅਸੀਂ ਬਰੀ ਹੋ ਜਾਈਏ ਜੀ, ਇਹ ਤਾਂ ਸਾਰੇ ਹੀ ਆ ਜਾਣਗੇ ਫਿਰ ਮੇਰੇ ਕੋਲ। ਕਰੋ ਭਰੋ। ਹਾਂ ਅਸੀਂ ਤਾਂ ਹੁਕਮਨਾਮਾ ਲੈ ਕੇ ਪੁੱਛਣਾ, ਉਹ ਤਾਂ ਤੁਸੀਂ ਆਪ ਹੀ ਮੰਨ ਲਿਆ ਵੀ ਤੁਹਾਡੇ ਬੱਚੇ ਦਾ ਕਸੂਰ ਹੈ, ਹੁਕਮਨਾਮਾ ਲੈਣ ਦੀ ਲੋੜ ਹੀ ਨਹੀਂ। ਅਗਰ ਤੁਸੀਂ ਕਹਿੰਦੇ ਜੀ ਮੇਰੇ ਬੱਚੇ ਨੂੰ ਪੁਲਿਸ ਫੜ ਕੇ ਲੈ ਗਈ ਹੈ, ਫਿਰ ਮੈਂ ਗੁਰੂ ਮਹਾਰਾਜ ਪੁੱਛਣਾ ਸੀ ਕੀ ਬੱਚੇ ਦਾ ਕਸੂਰ ਹੈ? ਜੋ ਕਹਿੰਦੇ ਹੈ ਤੇ ਗੱਲ ਖਤਮ ਹੈ, ਭੋਗੋ। ਹਾਂ ਗੁਰੂ ਮਹਾਰਾਜ ਨਹੀਂ ਕਸੂਰ ਹੈ, ਸ਼ੱਕ ਦੇ ਆਧਾਰ 'ਤੇ ਫੜਿਆ, ਫਿਰ ਤੁਹਾਨੂੰ ਮੈਂ ਪਾਠ ਵੀ ਦੇਣਾ ਸੀ, ਅਰਦਾਸ ਵੀ ਤੁਹਾਡੀ ਕਰਨੀ ਸੀ। ਮੈਂ ਪੁੱਠੇ ਕੰਮ ਤੁਸੀਂ ਕਰਦੇ ਹੋ। ਇਸ ਲਈ ਜਿਹੜੇ ਇੰਡੀਆ ਸ਼ਰਾਬ ਪੀਂਦੇ ਬਾਹਰ ਵੀ ਜਾ ਕੇ ਪੀਂਦੇ ਨੇ, ਜਿਹੜੇ ਇੱਥੇ ਸਮਗਲਰ ਸਨ ਬਾਹਰ ਵੀ ਜਾ ਕੇ ਸਮਗਲਰ ਨੇ। ਇਹ ਆਦਤਾਂ ਨਹੀਂ ਛੱਡਦਾ ਬੰਦਾ, ਜਿੰਨਾ ਚਿਰ ਆਦਤਾਂ ਨਹੀਂ ਛੱਡਦਾ, ਥਾਵਾਂ ਬਦਲਣਾ ਕੀ ਫਰਕ ਪੈ ਜਾਏਗਾ? ਆਦਤਾਂ ਛੱਡਣ ਨਾਲ ਗੱਲ ਬਣੇਗੀ। ਜਿੱਥੇ ਵੀ ਹੋ ਉੱਥੇ ਬੁਰਾਈ ਛੱਡ ਦਿਓ, ਉੱਥੇ ਸਭ ਕੁਝ ਠੀਕ ਹੋ ਜਾਏਗਾ। ਇਹ ਨਹੀਂ ਕਿ ਥਾਵਾਂ ਬਦਲਣਾ ਤੁਹਾਡੀ ਕਿਸਮਤ ਬਦਲ ਜਾਏਗੀ ਕੋਈ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਜਿਸ ਨੇ ਵੀ ਪਰਮਾਤਮਾ ਦਾ ਸਿਮਰਨ ਕੀਤਾ ਉਸ ਨੂੰ ਸੁਖ ਦੀ ਪ੍ਰਾਪਤੀ ਹੋਈ। ਫਿਰ ਕੀ ਹੋਇਆ? ਸਹਿਜੇ ਹੀ। ਇਹ ਨਹੀਂ ਕਿ ਉਹਨੂੰ ਕੋਈ ਤਪੱਸਿਆ ਕਰਨੀ ਪਈ, ਜਾਂ ਕੋਈ ਪੁੱਠੇ ਲਟਕਣਾ ਪਿਆ, ਜਾਂ ਕੋਈ ਭੁੱਖੇ ਪਿਆਸੇ ਰਹਿਣਾ ਪਿਆ, ਨਹੀਂ, ਸਹਿਜੇ ਹੀ ਸਹਿ ਸੁਭਾਹੇ ਹਰ ਨਾਮ ਸਮਾਇਆ। ਹਰੀ ਦੇ ਨਾਮ ਰਾਹੀਂ, ਮੰਮੀ ਨੂੰ ਸਹਿ ਰਹੀ ਹੈ, ਹਰੀ ਦੇ ਨਾਮ ਰਾਹੀਂ ਉਹ ਹਰੀ 'ਚ ਸਮਾ ਗਿਆ, ਲੀਨ ਹੋ ਗਏ, ਭਾਵ ਦੋਨੋਂ ਇੱਕ ਹੋ ਗਏ। ਇਹ ਜੀਵ ਆਤਮਾ ਪਰਮਾਤਮਾ ਦੇ ਜਾ ਕੇ ਮਿਲ ਗਈ, ਇਹ ਨਾਮ ਰਾਹੀਂ ਮਿਲੇਗੀ। ਕਿਸੇ ਨਾਮ ਜਪੀ ਜਾਣਾ, ਨਾਲੇ ਸੁੱਖ ਆਨੰਦ ਖੁਸ਼ੀਆਂ ਖੇੜੇ ਅਮੀਰੀ ਸਤਿਕਾਰ, ਨਾਲੇ ਇਹ ਮਿਲੇਗਾ, ਨਾਲੇ ਮਰਨ ਤੋਂ ਬਾਅਦ ਸੱਚਖੰਡ ਚਲੇ ਜਾਏਗਾ। ਪਰ ਅਸੀਂ ਜਿਹੜਾ ਕਿੰਨਾ ਸਮਾਂ ਵਿਅਰਥ ਦਾ ਸੋਚ ਸਾਚ ਕੇ ਗੱਪਾ ਗੁੱਪਾ ਮਾਰ ਕੇ ਟਾਈਮ ਲੰਘਾ ਦਿੰਦੇ ਹਾਂ। ਕਿੰਨਾ ਕੀਮਤੀ ਸਮਾਂ ਹੈ, ਸਾਨੂੰ ਤਾਂ ਇਹ ਨਹੀਂ ਪਤਾ ਕੱਲ੍ਹ ਤੱਕ ਅਸੀਂ ਜਿਉਣਾ ਕਿ ਨਹੀਂ ਜਿਉਣਾ। ਹਮ ਆਦਮੀ ਹਾਂ ਇੱਕਦਮੀ। ਇਸ ਲਈ ਕਿੱਡਾ ਹਿੰਦੂ ਧਰਮ ਅਨੁਸਾਰ ਅੱਜ ਜਿਹੜਾ ਸੀ ਮਾਰਕੰਡਾ, ਰਿਸ਼ੀ ਮਾਰਕੰਡਾ ਕਹਿੰਦੇ ਨੇ 10,000 ਸਾਲ ਤਪੱਸਿਆ ਕੀਤੀ, ਥੋੜ੍ਹਾ ਨਹੀਂ। ਕਹਿੰਦੇ 10,000 ਸਾਲ ਤਪੱਸਿਆ ਕੀਤੀ। ਮਾਰਕੰਡੇ ਦਰਿਆ ਦਾ ਨਾਮ ਮਾਰਕੰਡਾ ਨਹੀਂ ਸੀ, ਇਹ ਤਾਂ ਰਿਸ਼ੀ ਦੇ ਨਾਮ 'ਤੇ ਪਿਆ। ਕਿਸੇ ਨੇ ਪੁੱਛਿਆ ਰਿਸ਼ੀ ਜੀ ਕੋਈ ਝੌਂਪੜੀ ਬਣਾ ਲਓ, ਝੌਂਪੜੀ ਨਹੀਂ ਬਣਾਈ। ਕਹਿੰਦਾ ਭਾਈ ਕੱਲ੍ਹ ਨੂੰ ਮਾਰੀ ਜਾਣਾ, ਝੌਂਪੜੀ ਬਣਾ ਕੇ ਕੀ ਕਰਨੀ ਹੈ? ਕਹਿੰਦੇ ਕੱਲ੍ਹ ਨੂੰ ਮਾਰੀ ਜਾਣਾ, ਝੌਂਪੜੀ ਬਣਾ ਕੇ ਕੀ ਕਰਨੀ? 10,000 ਸਾਲ ਤਪੱਸਿਆ ਕਦੇ ਝੌਂਪੜੀ ਨਹੀਂ ਬਣਾਈ, ਕੁਝ ਤਿਨਕੇ ਆਪਣੇ ਸਿਰ 'ਤੇ ਰੱਖੇ ਹੋਏ ਸਨ, ਬਸ ਹਾਂ ਜੀ ਆਹੀ ਮੇਰੀ ਝੌਂਪੜੀ। ਇਹ ਸੋ ਇਹ ਹੈ ਉਹਨਾਂ ਨੂੰ, ਉਹ ਇੱਕੋ ਲਗਨ ਉਹਨਾਂ ਦੀ ਹੁੰਦੀ ਹੈ, ਬਸ ਉਹਨਾਂ ਨੂੰ ਝੌਂਪੜੀਆਂ ਦੀ ਲੋੜ ਹੀ ਨਹੀਂ ਪੈਂਦੀ। ਉਹਨਾਂ ਦਾ ਸਾਰਾ ਧਿਆਨ ਪਰਮਾਤਮਾ ਵੱਲ ਹੁੰਦਾ, ਨਾ ਗਰਮੀ ਲੱਗੇ, ਨਾ ਸਰਦੀ ਲੱਗੇ, ਨਾ ਭੁੱਖ ਲੱਗੇ, ਨਾ ਪਿਆਸ ਲੱਗੇ, ਕੁਛ ਵੀ ਨਹੀਂ ਲੱਗਦਾ ਉਹਨਾਂ ਨੂੰ। ਆਪਾਂ ਉਹਨਾਂ ਦਾ ਧਿਆਨ ਦੁੱਖ ਵੱਲ ਨੂੰ ਚਲਿਆ ਜਾਂਦਾ, ਇਸ ਲਈ ਦੁੱਖ ਜ਼ਿਆਦਾ ਮਹਿਸੂਸ ਹੁੰਦਾ। ਦੁੱਖ ਤਾਂ ਜ਼ਿੰਦਗੀ 'ਚ ਹਰ ਇੱਕ ਦੇ ਆਉਣਗੇ, ਇਹ ਨਾ ਸੋਚੋ ਦੁੱਖ ਨਹੀਂ ਤੁਹਾਡੇ ਆਉਣੇ, ਚਾਹੇ ਜਿੰਨਾ ਮਰਜ਼ੀ ਪਾਠ ਕਰ ਲਓ, ਜਿੰਨਾ ਮਰਜ਼ੀ ਸਿਮਰਨ ਕਰ ਲਓ। ਜਿਹੜੇ ਪਰਮਾਤਮਾ ਨੇ ਦੁੱਖ ਲਿਖਦੇ ਨੇ ਉਹ ਤਾਂ ਆਉਣੇ ਹੀ ਆਉਣੇ ਨੇ, ਉਹ ਤਾਂ ਆਉਣੇ ਆਉਣੇ ਨੇ। ਪਰ ਜਦੋਂ ਤੁਹਾਡੀ ਭਜਨ ਬੰਦਗੀ ਦੀ ਅਵਸਥਾ ਬਹੁਤ ਉੱਚੀ ਚਲੇ ਜਾਏਗੀ, ਫਿਰ ਕੀ ਹੋਏਗਾ? ਦੁੱਖ ਨਹੀਂ ਲੱਗਦਾ। ਦੁੱਖ ਆਊਗਾ,
ਪੰਚਮ ਪਾਤਸ਼ਾਹ ਜ਼ਿੰਦਗੀ ਕਿੱਡਾ ਵੱਡਾ ਦੁੱਖ ਹੈ, ਤੱਤੀਆਂ ਤਵੀਆਂ ਦੇ ਬਹਿਣਾ ਕੋਈ ਖਾਲਾ ਜੀ ਦਾ ਵੜ ਹੈ, ਪਰ ਉਹਨਾਂ ਨੂੰ ਦੁੱਖ ਮਹਿਸੂਸ ਹੀ ਨਹੀਂ ਹੋਇਆ। ਜੇ ਮਹਿਸੂਸ ਹੁੰਦਾ ਸੀ ਕਰਦੇ ਹੋ, ਮੁਆਫੀ ਮੰਗ ਲੈਂਦੇ, ਸ਼ਾਇਦ ਮਾਫੀ ਮੰਗ ਲੈਂਦੇ। ਜਿਨ੍ਹਾਂ ਲੋਕਾਂ ਬੰਦ ਕਟਵਾਏ, ਆਰੇ ਨਾਲ ਚੀਰੇ ਗਏ, ਉਹਨਾਂ ਕੋਈ ਦੁੱਖ ਮੰਨਿਆ? ਦੁੱਖ ਤਾਂ ਐਡਾ ਵੱਡਾ ਆਇਆ, ਉਹ ਦੁੱਖ ਨਹੀਂ ਮੰਨਦੇ ਕਿ ਉਸ ਅਵਸਥਾ 'ਤੇ ਉਹ ਪਹੁੰਚ ਗਿਆ ਨਾਮ ਜਪ ਕੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ। ਉੱਥੇ ਜਾ ਕੇ ਗੱਲ ਬਣਦੀ ਹੈ। ਇਹ ਨਾਮ ਜਪ ਕੇ ਅਵਸਥਾ ਹੋਣੀ ਹੈ, ਕਹਿਣ ਨਾਲ ਨਹੀਂ ਹੋਣੀ ਕਿ ਕਿਤੇ ਮੈਂ ਕਹਾਂ ਮੈਨੂੰ ਗਿਆਨ ਹੋ ਗਿਆ ਜੀ ਅਤੇ ਮੈਂ ਜਿਹੜਾ ਹੈ ਪੈਰ ਧਰ ਲਾਂ ਤੱਤੇ ਤਵੇ 'ਤੇ ਫਿਰ ਮੱਚਾਂਗੇ ਹੀ, ਹੋਰ ਕੀ ਕਰਾਂਗਾ, ਕਿਉਂਕਿ ਮੇਰੇ ਅੰਦਰ ਦੁੱਖ ਨੂੰ ਸਹਿਣ ਦੀ ਸ਼ਕਤੀ ਹੀ ਨਹੀਂ ਹੈਗੀ। ਅਜੇ ਸਿਮਰਨ ਦੀ ਅਵਸਥਾ ਹੀ ਨਹੀਂ ਆਈ ਕਿ ਜਿੱਥੇ ਬੰਦਾ ਐਡੇ ਵੱਡੇ ਦੁੱਖ ਨੂੰ ਸਹਿਣ ਕਰ ਲੇ। ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਇ। ਤੂੰ ਕਰ ਵੇਖੇਂ, ਤੂੰ ਆ ਗਿਆ ਨਾ, ਤੂੰ ਕਰ ਵੇਖੇਂ, ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਤੂੰ ਆਪੇ ਕਰਤਾ, हे परमात्मा तू आप करता है। करता ਹੁੰਦਾ ਬਣਾਉਣ ਵਾਲਾ, ਰਚਨਹਾਰ। ਤੂੰ ਹਰ ਇੱਕ ਚੀਜ਼ ਨੂੰ ਬਣਾਉਣ ਵਾਲਾ ਹੈ। ਤੇਰਾ ਕੀਆ ਸਭ ਹੋਏ, ਤੇਰਾ ਕੀਤਾ ਹੀ ਹੋਣਾ। ਜੋ ਤੂੰ ਬਣਾਏਗਾ ਉਹੀ ਬਣਨਾ, ਕਿਉਂਕਿ ਤੂੰ ਕਰਤਾ ਹੈ। ਜਿਹੋ ਜਿਹਾ ਕਿਸੇ ਨੂੰ ਬਣਾਤਾ ਉਹੋ ਜਿਹਾ ਹੋ ਜਾਂਦਾ ਹੈ। ਤੁਧ ਬਿਨ ਦੂਜਾ ਅਵਰ ਨਾ ਕੋਇ। हे परमात्मा तेरे तो बिना तेरे वर्गा कोई होर है ही नहीं। इस लिए ਉਹਦੇ ਅੱਗੇ ਗੁਰਬਾਣੀ ਇੱਕ ਲਿਖਿਆ ਹੋਇਆ, ਇੱਕ ਓਂਕਾਰ, ਵੀ ਬਸ ਇੱਕ ਹੀ ਹੈ, ਉਹਦੇ ਵਰਗਾ ਦੂਜਾ ਨਹੀਂ ਹੈ। ਉਹਦੇ ਵਰਗਾ ਦੂਜਾ ਨਹੀਂ, ਇਸ ਲਈ ਉਹਦੇ ਅੱਗੇ ਇੱਕ ਲਾਤਾ ਹੈ, ਬਸ ਉਹੀ ਹੈ। ਜੇ ਉਹਦੇ ਵਰਗਾ ਦੂਜਾ ਤਾਂ ਸ਼ਾਇਦ ਦੋ ਲੱਗ ਜਾਂਦੇ ਫਿਰ। ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ, ਉਹ ਇੱਕੋ ਇੱਕ ਹੀ ਹੈ। ਤੁਧ ਬਿਨ ਦੂਜਾ ਅਵਰ ਨਾ ਕੋਈ, ਤੇਰੇ ਤੋਂ ਬਿਨਾ ਤੇਰੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਹੈ। ਤੂੰ ਕਰ ਵੇਖੇ ਜਾਣੇ ਸੋਏ। ਕਰ ਹੁੰਦਾ ਬਣਾ ਕੇ। ਤੂੰ ਜੀਵਾਂ ਨੂੰ ਬਣਾ ਕੇ ਫਿਰ ਉਹਨੂੰ ਵੇਖਦਾ ਹੈ, ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ। ਜਾਣੇ ਸੋਏ, ਅਤੇ ਤੂੰ ਉਸ ਹਰ ਇੱਕ ਨੂੰ ਜਿਹਨੂੰ ਬਣਾਇਆ ਉਹਨੂੰ ਜਾਣਦਾ ਵੀ ਹੈ। ਕਿਉਂ ਬਣਾਇਆ ਹੈ? ਉਹਨੇ ਸਾਨੂੰ ਬਣਾਇਆ, ਇਸ ਲਈ ਉਹ ਸਾਨੂੰ ਜਾਣਦਾ ਵੀ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਉਹ ਪਰਮਾਤਮਾ ਜੋ ਕਰਤਾ ਹੈ, ਜੋ ਸਭ ਨੂੰ ਬਣਾਉਣ ਵਾਲਾ ਹੈ, ਜਿਹੜਾ ਸਾਰਿਆਂ ਨੂੰ ਜਾਣਦਾ ਹੈ, ਉਹ ਗੁਰਮੁਖ, ਉਹ ਗੁਰੂ ਦੇ ਰਾਹੀਂ ਫਿਰ ਪ੍ਰਗਟ ਹੋ ਜਾਂਦਾ ਬੰਦੇ ਅੰਦਰ। ਅਸੀਂ ਗੁਪਤ ਚੀਜ਼ ਤੋਂ ਕੋਈ ਫਾਇਦਾ ਨਹੀਂ ਉਠਾ ਸਕਦੇ, ਭਾਵੇਂ ਸਾਨੂੰ ਪਤਾ ਹੋਵੇ। ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਪਰਮਾਤਮਾ ਸਾਡੇ ਅੰਦਰ ਹੈ, ਪਰ ਅਸੀਂ ਉਸ ਤੋਂ ਕੋਈ ਫਾਇਦਾ ਨਹੀਂ ਉਠਾ ਸਕਦੇ। ਜਿਵੇਂ ਜਦੋਂ ਉਹਦੀ ਧਰਤੀ ਬਣੀ ਹੈ, ਉਦੋਂ ਦਾ ਧਰਤੀ ਵਿੱਚ ਪਾਣੀ ਹੈ, ਪਰ ਲੱਖਾਂ ਸਾਲਾਂ ਤੱਕ ਮਨੁੱਖ ਨੂੰ ਪਤਾ ਹੀ ਨਹੀਂ ਲੱਗਾ ਕਿ ਧਰਤੀ 'ਚ ਪਾਣੀ ਹੈ। ਪਤਾ ਹੀ ਲੱਗਾ, ਵਿਚਾਰਾ ਦਰਿਆਵਾਂ ਦੇ ਕੰਢੇ 'ਤੇ ਵੱਸਦਾ ਸੀ, ਉਹਨਾਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦਾ ਸੀ। ਕਈ ਥਾਵਾਂ 'ਤੇ ਪਾਣੀ ਨੇੜੇ ਹੁੰਦਾ। ਜਦੋਂ ਸਾਡੇ ਸਿਸਟਰ ਨੇ ਅੱਜ ਤੋਂ 40 ਸਾਲ ਪਹਿਲਾਂ ਜੀਜਾ ਨੇ ਯੂਪੀ 'ਚ ਜਾ ਕੇ ਵਸ ਗਏ, ਉਹਨਾਂ ਘਰ 'ਚ ਟੋਇਆ ਪੁੱਟਿਆ ਹੋਇਆ ਸੀ, ਹੱਥ ਨਾਲ ਹੀ ਬਾਲਟੀ ਭਰ ਲਿਆ ਕਿਤੇ ਪਾਣੀ ਦੀ, ਇੰਨਾ ਉੱਪਰ ਸੀ ਪਾਣੀ। ਰੱਸੀ ਵੀ ਨਹੀਂ ਸੀ ਬਾਲਟੀ ਨੂੰ ਪਾਈ ਹੋਈ, ਮੈਂ ਉਹਨੇ ਬਾਲਟੀ ਭਰ ਲੈਣੀ, ਭਾਵੇਂ ਹੁਣ ਉਹ ਪਾਣੀ 40 ਫੁੱਟ ਡੂੰਘਾ ਚਲਿਆ ਗਿਆ ਹੈ। ਇਸ ਤਰ੍ਹਾਂ ਕਿਤੇ ਨੇੜੇ ਸੀ ਧਰਤੀ ਦੇ ਪਾਣੀ, ਕਿਸੇ ਨੇ ਟੋਇਆ ਪੁੱਟਿਆ ਹੋਣੇ, ਇੱਥੋਂ ਪਾਣੀ ਨਿਕਲਿਆ, ਉਹ ਗਿਆਨ ਹੋ ਗਿਆ, ਅੱਛਾ ਇਹ ਤਾਂ ਹੇਠਾਂ ਪਾਣੀ ਹੈ, ਅਤੇ ਫਿਰ ਖੂਹ ਸ਼ੁਰੂ ਹੋ ਗਏ। ਲੱਖਾਂ ਸਾਲਾਂ ਤੱਕ ਪਾਣੀ ਹੈ, ਪਰ ਮਨੁੱਖ ਉਸ ਦਾ ਫਾਇਦਾ ਨਹੀਂ ਉਠਾ ਸਕਿਆ ਜਿੰਨਾ ਚਿਰ ਉਹਨੇ ਪ੍ਰਗਟ ਨਹੀਂ ਕਰ ਲਿਆ। ਜਦੋਂ ਪ੍ਰਗਟ ਕਰ ਲਿਆ, ਦੇਖੋ ਫਿਰ ਖੂਹ ਲੱਗ ਗਏ, ਉਸ ਤੋਂ ਬਾਅਦ ਨਲਕੇ ਲੱਗ ਗਏ, ਉਸ ਤੋਂ ਬਾਅਦ ਟਿਊਬਵੈੱਲ ਲੱਗ ਗਏ, ਕਈ ਕੁਛ ਲੱਗ ਗਏ। ਪਰਮਾਤਮਾ ਸਾਡੇ ਅੰਦਰ ਹੈ, ਜਿੰਨਾ ਚਿਰ ਅਸੀਂ ਇਹਨੂੰ ਪ੍ਰਗਟ ਨਹੀਂ ਕਰ ਲੈਂਦੇ, ਇਸ ਤੋਂ ਅਸੀਂ ਕੋਈ ਫਾਇਦਾ ਨਹੀਂ ਉਠਾ ਸਕਦੇ। ਜਿੱਦੇ ਪ੍ਰਗਟ ਕਰ ਲਓਗੇ ਫਿਰ ਜੋ ਮਰਜ਼ੀ ਕਰਾ ਲਓ ਉਸ ਤੋਂ। ਤਰਲੋਚਨ ਦੀ ਧੰਨਾਂ ਨੂੰ ਮਿਲਣ ਆ ਗਏ।
ਕਹਿੰਦੇ ਧੰਨਿਆ ਆ ਤੇਰੇ ਜਿਹੜੇ ਬਲਦ ਨੇ ਖੂਹ ਆਪੇ ਹੀ ਲਈ, ਤੂੰ ਤਾਂ ਇੱਥੇ ਬੈਠਾ ਇਹ ਆਪੇ ਹੀ ਚੱਲੀ ਜਾਂਦੇ ਹੈ। ਤੂੰ ਮੈਂ ਕਹਿੰਦਾ ਕਿੰਨੀ ਦੇਰ ਤੇਰੇ ਕੋਲ ਬੈਠਾ, ਤੂੰ ਖਾਲ ਦਾ ਕੋਈ ਨੱਕਾ ਵੀ ਨਹੀਂ ਮੋੜਨ ਗਿਆ ਹੈ। ਕਹਿੰਦਾ ਹੈ ਤ੍ਰਿਲੋਚਨ ਤੇਰੇ ਦਿਸਦਾ ਨਹੀਂ, ਉਹ ਭਗਵਾਨ ਵੇਖ ਦੇਖ ਮੇਰੇ ਬਲਦ ਨੂੰ ਹਿੱਕ ਰਿਹਾ। ਇਹ ਕਹਿੰਦਾ ਉਹ ਲੈ ਕੇ ਇਹ ਕਹੀ ਲੈ ਕੇ ਇਹ ਹੁਣ ਨੱਕਾ ਬਦਲਣ ਲੱਗਾ, ਉਹਨੇ ਦੂਜੇ ਕਿਆਰੇ 'ਚ ਪਾਣੀ ਕਰਤਾ। ਕਿਉਂ? ਧੰਨੇ ਦੇ ਅੰਦਰ ਵੀ ਰੱਬ ਹੈ, ਤ੍ਰਿਲੋਚਨ ਦੇ ਵੀ ਅੰਦਰ ਰੱਬ ਹੈ, ਪਰ ਤ੍ਰਿਲੋਚਨ ਨੇ ਜੇ ਪ੍ਰਗਟ ਨਹੀਂ ਕੀਤਾ ਇਸ ਲਈ ਕੋਈ ਫਾਇਦਾ ਨਹੀਂ ਉਠਾ ਸਕਿਆ। ਧੰਨੇ ਨੇ ਪ੍ਰਗਟ ਕਰ ਲਿਆ ਅਤੇ ਉਸ ਤੋਂ ਕੰਮ ਕਰਾਉਂਦੇ ਜੇ ਮਜ਼ਦੂਰਾਂ ਤੋਂ ਕੰਮ ਕਰਾਉਂਦੇ ਹਨ। ਹੁਣ ਪਰਮਾਤਮਾ ਭਗਤਾਂ ਦੇ ਵੱਸ 'ਚ ਹੈ, ਉਹ ਕਹੇ ਜਿਵੇਂ ਭਗਤ ਕਹੋ ਮੈਂ ਤਾਂ ਉਵੇਂ ਕਰੂੰ। ਇਹ ਨਾ ਪਰਮਾਤਮਾ ਭਗਤਾਂ ਦੇ ਵੱਸ 'ਚ ਹੈ, ਜਿਵੇਂ ਭਗਤ ਚਾਹੁਣ ਉਵੇਂ ਉਸ ਤੋਂ ਕੰਮ ਲੈਂਦੇ ਨੇ। ਤਾਂ ਕਿ ਮੇਰੀ ਬਾਂਦੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੂਟੈ ਮੋਹਿ। ਪਰਮਾਤਮਾ ਕਹਿੰਦਾ ਜੇ ਮੈਂ ਕਿਸੇ ਨੂੰ ਸਜ਼ਾ ਦੇ ਦੇਵਾਂ ਮੇਰਾ ਭਗਤ ਉਹ ਸਜ਼ਾ ਮੁਆਫ ਕਰ ਸਕਦਾ, ਪਰ ਜੇ ਮੇਰਾ ਭਗਤ ਕਿਸੇ ਨੂੰ ਸਜ਼ਾ ਦੇ ਦੇਗਾ ਨਾ ਮੈਂ ਉਹਨੂੰ ਮੁਆਫ ਨਹੀਂ ਕਰਦਾ। ਇਹ ਤਾਂ ਫਿਰ ਤੁਸੀਂ ਦੇਖੋ ਕੌਣ ਵੱਡਾ ਫਿਰ ਦੋਨਾਂ 'ਚੋਂ। ਫਿਰ ਦੇਖ ਲਓ ਭਗਤ ਵੱਡਾ ਹੋ ਗਿਆ ਨਾ। ਤਾਂ ਹੀ ਗੁਰੂ ਨਾਨਕ ਦੇਵ ਨੇ ਪੁੱਛਿਆ ਸੀ ਕਿਸੇ ਨੇ ਵੀ ਮਹਾਰਾਜ ਜੀ ਪਰਮਾਤਮਾ ਤੋਂ ਵੱਡਾ ਕੋਈ ਹੈ? ਕਹਿੰਦੇ ਹਾਂ ਹੈ। ਬੜਾ ਹੈਰਾਨ ਹੋਇਆ ਵੀ ਪਰਮਾਤਮਾ ਤੋਂ ਵੱਡਾ ਵੀ ਕੋਈ ਹੈ? ਕਹਿ ਜੀ ਉਹ ਕੌਣ ਹੈ? ਕਹਿੰਦੇ ਉਹ ਪਰਮਾਤਮਾ ਦਾ ਨਾਮ ਹੈ। ਨਾਮ ਜਪ ਜਪ ਕੇ ਮਨੁੱਖ ਪਰਮਾਤਮਾ ਨੂੰ ਵੱਸ 'ਚ ਕਰ ਲੈਂਦਾ। ਜਿਹੜਾ ਤੁਹਾਨੂੰ ਵੱਸ 'ਚ ਕਰ ਲਏ ਤੁਸੀਂ ਉਸ ਤੋਂ ਵੱਡੇ ਹੋ ਗਏ ਨਾ। ਕਹਿੰਦਾ ਹਾਂ ਬਸ। ਕਹਿੰਦਾ ਬੰਦਾ ਨਾਮ ਜਪ ਜਾ ਕੇ ਪਰਮਾਤਮਾ ਨੂੰ ਵੱਸ 'ਚ ਕਰ ਲੈਂਦਾ ਅਤੇ ਜੋ ਫਿਰ ਉਸ ਤੋਂ ਕਰਾਉਣਾ ਚਾਹੁੰਦਾ ਕਰਾ ਲੈਂਦਾ। ਇਸ ਲਈ ਪਰਮਾਤਮਾ ਤੋਂ ਵੀ ਪਰਮਾਤਮਾ ਦਾ ਨਾਮ ਵੱਡਾ ਹੈ। ਨਾਮ 'ਤੇ ਇੰਨੀ ਸ਼ਕਤੀ ਹੈ। ਔਰ ਛੋਟੇ ਮੋਟੇ ਨੂੰ ਵੱਸ 'ਚ ਕਰਨਾ ਕੀ ਔਖਾ? ਉਹ ਸੰਸਾਰ ਦੀ ਇੱਕ ਵਾਹਿਦ ਸ਼ਕਤੀ ਜਿਹਦੇ ਕਦੇ ਹੁਕਮ ਤੋਂ ਬਣੇ ਇੱਕ ਪੱਤਾ ਨਹੀਂ ਹਿਲਦਾ, ਬੰਦਾ ਉਸ ਨੂੰ ਵੱਸ 'ਚ ਕਰ ਲੈਂਦਾ ਇਸ ਨਾਮ ਰਾਹੀਂ। ਨਾਮ ਹੀ ਜਪਣੇ ਬਸ, ਵਾਹਿਗੁਰੂ 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 ਕਰਦੇ ਰਹਿਣਾ। ਕਿਆ ਸ਼ਕਤੀਆਂ ਨੇ ਨਾਮ 'ਚ। ਬਾਣੀ ਕਾ ਧਿਆਨ ਨਾਲ ਪੜ੍ਹੇ ਮਨ ਖੁਸ਼ ਹੁੰਦਾ ਸੁਣ ਕੇ, ਪੜ੍ਹ ਕੇ ਵੀ ਕਿਆ ਸ਼ਕਤੀਆਂ ਯਾਰ ਇਸ ਨਾਮ 'ਚ। ਅਸੀਂ ਬਦਕਿਸਮਤ ਹਾਂ, ਨਾਮ ਹੀ ਨਹੀਂ ਜਪਦੇ, ਭੁੱਲ ਭੁਲਾ ਜਾਂਦੇ ਹਾਂ। ਬਸ ਆ ਘੰਟੇ ਨੂੰ ਸਭ ਕੋਈ ਭੁੱਲ ਭੁਲਾ ਜਾਣਾ, ਕੱਲ੍ਹ ਨੂੰ ਫਿਰ ਮੁੱਢੋ ਸੁੱਢੋ ਇਹੀ ਕੁਝ ਕਹਿਣਾ ਪੈਣਾ। ਕਿ ਮਨ ਹੈ ਨਾ ਇਹ ਆਪਣੀਆਂ ਆਦਤਾਂ ਹੌਲੀ ਹੌਲੀ ਬਦਲੂਗਾ। ਨਵੀਂ ਆਦਤ ਪਾਉਣਾ ਔਖਾ ਨਹੀਂ, ਪੁਰਾਣੀ ਨੂੰ ਬਦਲਣਾ ਬਹੁਤ ਔਖਾ ਹੈ। ਜਿਨ੍ਹਾਂ ਲੋਕਾਂ ਨੇ ਬਿਨਾਂ ਸੰਥਿਆ ਲੈਣ ਤੋਂ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਤਾ, ਮੇਰੇ ਜ਼ੋਰ ਲਾਉਣ ਦੇ ਬਾਵਜੂਦ ਉਹਨਾਂ ਦਾ ਪਾਠ ਸ਼ੁੱਧ ਨਹੀਂ ਹੋਏਗਾ। ਕਿਉਂ? ਉਹ ਇੱਕ ਰਟਨ ਹੋ ਗਿਆ ਉਹਨਾਂ ਦਾ, ਉਸ 'ਤੇ ਬੋਲਣ ਦਾ ਆਦਤ ਪੈ ਗਈ ਉਹਨਾਂ ਨੂੰ, ਇੱਕ ਆਦਤ ਪੈ ਗਈ। ਉਸ ਨੂੰ ਬਦਲਣਾ ਬੜਾ ਔਖਾ ਹੁੰਦਾ। ਨਵੀਂ ਪਾਉਣੀ ਆਸਾਨ ਹੈ, ਨਵੀਂ ਆਦਤ ਪਾਉਣੀ ਆਸਾਨ ਹੈ। ਬੱਚੇ ਨੂੰ ਪੜ੍ਹਾਉਣਾ ਆਸਾਨ ਹੈ, ਬੁੱਢੇ ਨੂੰ ਪੜ੍ਹਾਉਣਾ ਬਹੁਤ ਔਖਾ ਹੈ। ਪਹਿਲਾਂ ਤਾਂ ਬੁੱਢਾ ਪੜ੍ਹਦਾ ਹੀ ਨਹੀਂ, ਇਹ ਮੈਨੂੰ ਅਕਲ ਦੇਵੇਗਾ ਕੱਲ੍ਹ ਦਾ ਜਵਾਕ। ਜੇ ਤੁਹਾਡਾ ਬੱਚਾ ਤੁਹਾਨੂੰ ਅਕਲ ਦੀ ਗੱਲ ਕਰ, ਚਲੋ ਚੱਲ ਕੱਲ੍ਹ ਦਾ ਜੰਮਿਆ ਮੈਨੂੰ ਸਮਝਾਉਂਦਾ, ਹੋ ਸਕਦਾ ਤੁਹਾਡੇ ਤੋਂ ਵੱਧ ਗਿਆਨਵਾਨ ਹੋਵੇ। ਉਹ ਹੋ ਸਕਦਾ ਤੁਸੀਂ ਪਿਛਲੇ ਜਿਹੜੇ 10 ਜਮਾਤਾਂ ਪੜ੍ਹੇ ਹੋ, ਜਿਹੜਾ ਤੁਹਾਡਾ ਬੱਚਾ ਉਹ ਹੋ ਸਕਦਾ ਪਿਛਲੇ ਸਾਲ PhD ਹੋਵੇ, ਤੁਸੀਂ ਉਹ ਤੁਹਾਨੂੰ ਗਿਆਨ ਦੇ ਸਕਦਾ, ਉਹ ਤੁਹਾਨੂੰ ਗਿਆਨ ਦੇ ਸਕਦਾ ਹੈ। ਐਸੀ ਗੱਲ ਨਹੀਂ ਵੀ ਉਹ ਨਹੀਂ ਤੁਹਾਨੂੰ ਗਿਆਨ ਦੇ ਸਕਦਾ, ਉਹ ਤੁਹਾਨੂੰ ਗਿਆਨ ਦੇ ਸਕਦਾ ਹੈ। ਪਰ ਅਸੀਂ ਹੁਣ ਚਲੋ ਚੱਲ ਕਰਦਾ ਕੀ ਕੱਲ੍ਹ ਦਾ ਜਵਾਕ ਲੱਗਿਆ ਬੋਲਣ, ਅਸੀਂ ਉਹਦੀ ਗੱਲ ਹੀ ਨਹੀਂ ਸੁਣਦੇ। ਨਹੀਂ, ਉਹ ਤੁਹਾਨੂੰ ਗਿਆਨ ਦੇ ਕੇ ਬੱਚਿਆਂ ਨਾਲ ਗੱਲਾਂ ਕਰਿਆ ਕਰੋ। ਬੱਚੇ ਭਾਂਤ ਭਾਂਤ ਦਾ ਤੁਹਾਨੂੰ ਗਿਆਨ ਦੇ ਸਕੂਲ ਦੀਆਂ ਗੱਲਾਂ ਸੁਣਾਉਣਗੇ, ਮੈਡਮਾਂ ਦੀਆਂ ਸੁਣਾਉਣਗੇ, ਸਰ ਦੀਆਂ ਸੁਣਾਉਣਗੇ, ਹੋਰ ਕਈ ਕੋਈ ਸੁਣਾਉਣਗੇ। ਜਿਹੜਾ ਕੋਈ ਸੁਣਾਉਣਗੇ ਤੁਹਾਨੂੰ। ਰੱਦ ਨਾ ਕਰਦੇ ਕਰੋ ਉਹਨਾਂ ਕੋਲ 20-25 ਮਿੰਟ ਅੱਧਾ ਘੰਟਾ ਬੈਠ ਕੇ ਗੱਲਾਂ ਬਾਤਾਂ ਕਰਿਆ ਕਰੋ, ਤਾਂ ਜੋ ਬੱਚੇ ਨੂੰ ਅਪਣੱਤ ਹੋ ਜਾਏ ਤੁਹਾਡੇ ਨਾਲ। ਆਪਸ ਆਪਾਂ ਗੱਲਾਂ ਬਾਤਾਂ ਕਰਾਂਗੇ ਤਾਂ ਹੀ ਪਿਆਰ ਵਧੇਗਾ ਨਾ। ਇਸ ਲਈ ਗਿਆਨ ਹੁੰਦਾ। ਇਹ ਕੋਈ ਜ਼ਰੂਰੀ ਨਹੀਂ ਕਿ ਬੁੱਢਿਆਂ ਕੋਲ ਹੀ ਗਿਆਨ ਹੁੰਦਾ ਹੈ। ਇੱਕ ਨੌਜਵਾਨ ਦੇ ਕੋਲ ਵੀ ਬੁੱਢਿਆਂ ਤੋਂ ਵੱਧ ਗਿਆਨ ਹੋ ਸਕਦਾ ਹੁੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਤੂੰ ਕਰ ਕਰ ਵੇਖੇ ਜਾਣੇ ਸੋਏ। ਤੂੰ ਆਪ ਹੀ ਪੈਦਾ ਕਰਦਾ, ਆਪ ਹੀ ਉਹਨੂੰ ਵੇਖਦਾ, ਆਪ ਹੀ ਉਹਨਾਂ ਨੂੰ ਜਾਣਦਾ ਹੈ।
ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਤੇ ਗੁਰੂ ਰਾਹੀਂ ਪ੍ਰਗਟ ਹੁੰਦਾ ਹੈ, ਕਿਉਂਕਿ ਗੁਰੂ ਹੀ ਗੁਰਮੰਤਰ ਦੇਵੇਗਾ ਨਾ। ਗੁਰੂ ਸਾਨੂੰ ਗੁਰਮੰਤਰ ਦੇਗਾ, ਅਸੀਂ ਸੱਚੇ ਦਿਲੋਂ ਗੁਰਮੰਤਰ ਦਾ ਜਾਪ ਕਰਦੇ ਰਹਾਂਗੇ, ਫਿਰ ਗੁਰੂ ਮਹਾਰਾਜ ਸਾਡੇ 'ਤੇ ਕਿਰਪਾ ਕਰ ਦੇਣਗੇ, ਉਹ ਪਰਮਾਤਮਾ ਸਾਡੇ ਅੰਦਰ ਪ੍ਰਗਟ ਕਰ ਦੇਣਗੇ। ਸੋ ਗੁਰੂ ਰਾਹੀਂ ਪਰਮਾਤਮਾ ਪ੍ਰਗਟ ਹੁੰਦਾ ਹੈ। ਤਾਂ ਇਹ ਕਹਿੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਸਾ ਮਹਿਲਾ ਪਹਿਲਾ। ਤਿਤ ਸਰ ਵਰੜੈ ਸਰ ਵਰੜੈ, ਤਿਤ ਸਰ ਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀਲੇ। ਹਮ ਦੇਖਾ ਨਹੀਂ, ਦੇਖਾਂ ਇੱਕ ਵਚਨ ਹੈ, ਹਮ ਬਹੁ ਵਚਨ ਹੈ, ਖਿਆਲ ਰੱਖਣਾ। ਹਮ ਜਿਉਂਦਾ ਦੇਖੇਂ ਤਦੇ ਲਾਂ ਖੱਖਾ ਹਾਏ ਨੂੰ ਸਿਹਾਰੀ ਹੁੰਦਾ ਪਿੱਠੀ ਸੀ। ਹਮ ਦੇਖੇਂ ਅਸੀਂ ਵੇਖਦੇ ਹਾਂ, ਇਹ ਹਮ ਹੈ ਅਤੇ ਇਸ ਦੇਖਾ ਤੇ ਇੱਕ ਵਚਨ ਹੈ। ਹਮ ਬਹੁ ਵਚਨ ਹੈ, ਉਹਦੇ ਨਾਲ ਇੱਕ ਵਚਨ ਕਿਰਿਆ ਨਹੀਂ ਆ ਸਕਦੀ। ਦੇਖਾ ਠੀਕ ਹੈ, ਦੇਖਿਆ, ਅਸੀਂ ਵੇਖਿਆ, ਜਿਸ ਨੂੰ ਦੇਖਾ ਪੜ੍ਹਨਾ, ਦੇਖਾ ਨਹੀਂ ਪੜ੍ਹਨਾ ਹੈਗਾ, ਖਿਆਲ ਰੱਖਣਾ ਪੜ੍ਹਨ ਵੇਲੇ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀਲੇ। ਕਹਿੰਦੇ ਤਿਤ ਸਰ ਵਰੜੈ ਪਹਿਲੇ ਨਿਵਾਸਾ, ਸਰ ਵਰੜੈ ਸਰੋਵਰ ਤੋਂ ਬਣਿਆ। ਸਾਡਾ ਨਿਵਾਸ ਉਸ ਸਰੋਵਰ ਵਿੱਚ ਹੈ। ਪਾਣੀ ਪਾਵਕ ਤਿਨਹਿ ਕੀਆ, ਜਿੱਥੇ ਪਰਮਾਤਮਾ ਨੇ ਪਾਣੀ ਨੂੰ ਅੱਗ ਬਣਾ ਕੇ ਦਿੱਤਾ। ਸਰੋਵਰ 'ਚ ਨਹੀਂ ਤਾਂ ਪਾਣੀ ਹੁੰਦਾ ਨਾ। ਕਹਿੰਦਾ ਸਾਡਾ ਨਿਵਾਸ ਉਸ ਸਰੋਵਰ ਵਿੱਚ ਹੈ ਜਿੱਥੇ ਪਰਮਾਤਮਾ ਨੇ ਪਾਣੀ ਨੂੰ ਅੱਗ ਬਣਾ ਦਿੱਤਾ ਹੈ। ਭਾਵ ਜਿੱਥੇ ਤ੍ਰਿਸ਼ਨਾਵਾਂ ਰੂਪੀ ਅੱਗ ਹੈ, ਜਿੱਥੇ ਤ੍ਰਿਸ਼ਨਾਵਾਂ ਹੀ ਤ੍ਰਿਸ਼ਨਾਵਾਂ ਹਨ। ਇੱਥੇ ਸਰਵੜ ਹੈ ਤੋਂ ਭਾਵ ਸੰਸਾਰ ਤੋਂ ਹੈ, ਸ਼ਬਦੀ ਅਰਥ ਹੈ ਸਰੋਵਰ। ਸਾਡਾ ਉਸ ਸੰਸਾਰ ਦੇ ਵਿੱਚ ਨਿਵਾਸ ਹੈ ਜਿਸ ਸੰਸਾਰ 'ਚ ਪਰਮਾਤਮਾ ਨੇ ਪਾਣੀ ਨੂੰ ਅੱਗ ਬਣਾ ਦਿੱਤਾ ਹੈ। ਭਾਵ ਤ੍ਰਿਸ਼ਨਾਵਾਂ ਹੀ ਤ੍ਰਿਸ਼ਨਾਵਾਂ ਦੀ ਅੱਗ ਪੈਦਾ ਕਰ ਦਿੱਤੀ ਹੈ। ਪੰਕਜ ਮੋਹ, ਪੰਕਜ ਦਾ ਚਿੱਕੜ। ਫਿਰ ਇਸ ਸਰਵੜਾ ਦੇ ਵਿੱਚ ਕੀ ਹੈ? ਮੋਹ ਦਾ ਚਿੱਕੜ ਹੈ। ਚਿੱਕੜ ਜਦ ਆਪਾਂ ਤੁਰਦੇ ਆ ਪੈਰ ਖਿਸਕਦਾ ਪਿੱਛੇ ਨੂੰ, ਬੰਦਾ ਤਿਲਕਦਾ ਪਿੱਛੇ ਨੂੰ ਜਾਂਦਾ। ਪੰਕਜ ਮੋਹ ਪਗ ਨਹੀਂ ਚੱਲੈ, ਕਹਿੰਦੇ ਉੱਥੇ ਮੋਹ ਦਾ ਚਿੱਕੜ ਹੈ, ਪੈਰ ਪਰਮਾਤਮਾ ਵੱਲ ਨੂੰ ਜਾਂਦਾ ਹੀ ਨਹੀਂ ਹੈਗਾ। ਜਿੰਨਾ ਸਾਡਾ ਮੋਹ ਸੰਸਾਰਕ ਚੀਜ਼ਾਂ 'ਚ ਹੋਏਗਾ, ਰੱਬ ਵੱਲ ਨੂੰ ਸਾਡਾ ਧਿਆਨ ਹੀ ਨਹੀਂ ਜਾਏਗਾ, ਰੱਬ ਵੱਲ ਨੂੰ ਸਾਡਾ ਮਨ ਹੀ ਨਹੀਂ ਜਾਏਗਾ, ਕਿਉਂਕਿ ਅਸੀਂ ਮੋਹ 'ਚ ਫਸੇ ਹੋਏ ਉੱਧਰ ਹੀ ਲੱਗੇ ਰਹਿੰਦੇ ਹਾਂ। ਇਸ ਕਰਕੇ ਮੋਹ ਦਾ ਚਿੱਕੜ ਹੈ, ਪੈਰ ਪਰਮਾਤਮਾ ਵੱਲ ਨੂੰ ਚੱਲ ਨਹੀਂ ਰਹੇ। ਹਮ ਦੇਖਾ ਤਹਿ ਡੂਬੀਲੇ, ਅਸੀਂ ਕਈਆਂ ਨੂੰ ਉਸ ਸਰੋਵਰ ਦੇ ਵਿੱਚ, ਉਸ ਚਿੱਕੜ ਦੇ ਵਿੱਚ, ਉਸ ਤ੍ਰਿਸ਼ਨਾਵਾਂ ਦੀ ਅੱਗ ਦੇ ਵਿੱਚ ਡੁੱਬਦਿਆਂ ਹੋਇਆ ਦੇਖਿਆ ਹੈ। ਭਾਵ ਇੱਥੇ ਹੀ ਰਹਿ ਰੂ ਗਏ, ਡੁੱਬ ਡੱਬ ਗਏ, ਤਾਰ ਹੀ ਨਹੀਂ ਸਕੇ। ਇਸ ਭਾਵ ਸਾਗਰ ਨੂੰ ਤਾਰ ਹੀ ਨਹੀਂ ਸਕੇ ਹੈਗੇ। ਮਨ ਏਕ ਨਾ ਚੇਤਸ ਮੂੜ ਮਨ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਮਨ, ਚੇਤਸ ਹੁੰਦਾ ਯਾਦ ਕਰਨਾ। ਮਨ ਏਕ ਨਾ ਚੇਤਸ ਮੂੜ ਮਨਾ, ਹੇ ਮੂਰਖਾ, ਹੇ ਮੂਰਖ ਮਨ, ਤੂੰ ਇੱਕ ਪਰਮਾਤਮਾ ਨੂੰ ਯਾਦ ਕਿਉਂ ਨਹੀਂ ਕਰਦਾ? ਹਰ ਬਿਸਰਤ ਤੇਰੇ ਗੁਣ ਗਲਿਆ, ਰੱਬ ਨੂੰ ਭੁਲਾ ਕੇ ਤਾਂ ਤੇਰੇ ਸਾਰੇ ਗੁਣ ਖਤਮ ਹੋ ਗਏ। ਜਿਉਂ ਜਿਉਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਰੱਬ ਵਾਲੇ ਗੁਣ ਸਾਡੇ 'ਚ ਆਟੋਮੈਟਿਕਲੀ ਪੈਦਾ ਹੋ ਜਾਂਦੇ ਨੇ। ਜਿਉਂ ਜਿਉਂ ਅਸੀਂ ਭੁਲਾਉਂਦੇ ਹਾਂ, ਸਾਰੇ ਜਿਹੜੇ ਪਹਿਲਾਂ ਹੀ ਗੁਣ ਸਾਨੂੰ ਹੌਲੀ ਹੌਲੀ ਖਤਮ ਹੁੰਦੇ ਜਾਂਦੇ ਨੇ। ਪਰਮਾਤਮਾ ਦਾ ਨਾਮ ਸਾਨੂੰ ਗੁਣਵਾਨ ਬਣਾਉਂਦਾ ਹੈ। ਪਰਮਾਤਮਾ ਦਾ ਨਾਮ, ਜਦੋਂ ਪਰਮਾਤਮਾ ਦੇ ਨਾਮ ਦੇ ਅੰਦਰੋਂ ਪ੍ਰਾਪਤੀ ਹੋ ਜਾਂਦੀ ਹੈ, ਇਹ ਸੰਸਾਰਿਕ ਵੱਡੇ ਵੱਡੇ ਵਿਦਵਾਨ ਵੀ ਇੱਕ ਅਨਪੜ੍ਹ ਬ੍ਰਹਮ ਗਿਆਨੀ ਦੇ ਅੱਗੇ ਹਾਰ ਜਾਂਦੇ ਹਨ। ਕਿਉਂ? ਉਹ ਇੰਨਾ ਗਿਆਨ ਹੈ ਪਰਮਾਤਮਾ ਦੇ ਨਾਮ ਵਿੱਚ, ਇੰਨਾ ਗਿਆਨ ਹੈ ਕਿ ਸੰਸਾਰ ਦੀ ਕੋਈ ਕਿਤਾਬ ਉਹਨਾਂ ਗਿਆਨ ਨਹੀਂ ਦੇ ਸਕਦੀ। ਹਾਂਜੀ, ਇਸ ਲਈ ਗੁਰੂ ਮਹਾਰਾਜ ਕਹਿੰਦੇ ਹਰ ਬਿਸਰ ਤੇਰੇ ਗੁਣ ਗਲਿਆ, ਹਰੀ ਨੂੰ ਵਿਸਾਰ ਕੇ ਤੇਰੇ ਸਾਰੇ ਗੁਣ ਖਤਮ ਹੋ ਜਾਣੇ ਹਨ।
ਫਿਰ ਕਹਿੰਦੇ ਗੁਰੂ ਮਹਾਰਾਜ ਕਹਿੰਦੇ, ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਦਾ ਜਨਮ ਪਿਆ। ਨਾ ਮੈਂ ਜਤੀ ਹਾਂ, ਨਾ ਮੈਂ ਸਤੀ ਹਾਂ, ਨਾ ਮੈਂ ਪੜ੍ਹਿਆ ਹੋਇਆ ਹਾਂ, ਮੂਰਖ ਮੁਗਦਾ, ਮੈਂ ਤੇ ਮਹਾ ਮੂਰਖ ਹਾਂ। ਮੇਰਾ ਜਨਮ ਜਿਹੜਾ ਹੈ ਮਹਾ ਮੂਰਖਾਂ ਵਾਲਾ ਹੈ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰੇ। ਪ੍ਰਣਵਤ ਹੁੰਦਾ ਬੇਨਤੀ ਕਰਨਾ। ਹੇ ਪਰਮਾਤਮਾ, ਨਾਨਕ ਤੇਰੇ ਅੱਗੇ ਬੇਨਤੀ ਕਰਦਾ ਹੈ ਕਿ ਮੈਨੂੰ ਉਹਨਾਂ ਦੀ ਸ਼ਰਨ ਵਿੱਚ ਰੱਖ ਜਿਹੜੇ ਤੈਨੂੰ ਕਦੇ ਨਹੀਂ ਭੁਲਾਉਂਦੇ, ਜਿਨ ਤੂੰ ਨਾਹੀ ਵਿਸਰਿਆ, ਜਿਨ੍ਹਾਂ ਨੂੰ ਤੂੰ ਕਦੇ ਨਹੀਂ ਭੁੱਲਦਾ। ਹੇ ਪਰਮਾਤਮਾ, ਮੇਰੀ ਤੇਰੇ ਅੱਗੇ ਬੇਨਤੀ ਕਿ ਮੈਨੂੰ ਤੂੰ ਉਹਨਾਂ ਦੀ ਸ਼ਰਨ 'ਚ ਰੱਖ। ਕਿਉਂ ਫਿਰ ਜਦ ਜਿਹੜਾ ਨਹੀਂ ਭੁੱਲਦਾ, ਜਿਹੜੇ ਹਰ ਵਕਤ ਪਰਮਾਤਮਾ ਨੂੰ ਯਾਦ ਕਰ, ਜਿਹਦਾ ਆਪਾਂ ਉਹਨਾਂ ਦੀ ਸੰਗਤ 'ਚ ਆਵਾਂਗੇ ਤਾਂ ਹੀ ਨਾਮ ਜਪਾਂਗੇ ਨਾ। ਇਸ ਲਈ ਬੇਨਤੀ ਕੀਤੀ, ਇਹ ਪਰਮਾਤਮਾ ਮੈਨੂੰ ਉਹਨਾਂ ਦੀ ਸ਼ਰਨ 'ਚ ਰੱਖ ਜਿਹੜੇ ਤੈਨੂੰ ਕਦੇ ਨਹੀਂ ਭੁੱਲਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਸਾਰੀ ਸੰਗਤ ਨੂੰ ਬੇਨਤੀ ਹੈ, ਜਿਹੜੇ ਵੀ ਸੁਣ ਰਹੇ ਹੋ ਇਸ ਵੇਲੇ ਕਥਾ ਵਾਰਤਾ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 25 ਤੋਂ 27 ਤਰੀਕ ਨੂੰ ਅਖੰਡ ਪਾਠ 'ਤੇ ਸ਼ੁਰੂ ਹੋਣਗੇ। 25 ਤਰੀਕ ਨੂੰ ਉਸੇ ਤਰ੍ਹਾਂ ਸਵੇਰੇ ਜਿਵੇਂ ਹਰ ਵਾਰੀ 8 ਵਜੇ ਸ਼ੁਰੂ ਹੁੰਦੇ ਸਨ, ਉਸ ਤਰ੍ਹਾਂ ਹੀ ਹੋਣਗੇ। 27 ਤਰੀਕ ਨੂੰ 7:30 ਵਜੇ ਸਵੇਰ ਭੋਗ ਪੈਣੇ ਸ਼ੁਰੂ ਹੋ ਜਾਣੇ ਨੇ, 8 ਵਜੇ ਨੂੰ ਸਮਾਪਤੀ ਹੋ ਜਾਣੀ ਹੈ। ਫਿਰ ਜਿਹੜੇ ਗੁਰਮੁਖ ਪਿਆਰੇ ਪਹੁੰਚਣਗੇ ਉਹਨਾਂ ਨੂੰ ਚਾਹ ਪਾਣੀ ਦੇ ਲੰਗਰ ਛਕਾਵਾਂਗੇ, ਜਾਂ ਜੋ ਸੰਗਤ ਕਹੇਗੀ ਉਹ ਛਕਾ ਕੇ ਫਿਰ ਘਰਾਂ ਨੂੰ ਭੇਜਾਂਗੇ। ਸੋ ਯਾਦ ਰੱਖਣਾ ਜੀ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ ਉਹਨਾਂ ਆਪਣੀ ਆਪਣੀ ਡਿਊਟੀ ਦਾ ਖਿਆਲ ਰੱਖਣਾ। ਜਿਹੜੇ ਸੁਣ ਰਹੇ ਹੋ ਆਪਣੀਆਂ ਸਹੇਲੀਆਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ ਟੈਲੀਫੋਨ ਵੀ ਕਰ ਦੇਣਾ ਕਿ ਭਾਈ 25 ਤਰੀਕ ਤੋਂ ਅਖੰਡ ਪਾਠ ਸ਼ੁਰੂ ਹੋ ਰਹੇ ਹਨ।